ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰ ਰਹੇ ਹਨ, ਸੰਪਾਦਨਾ ਕਰ ਰਹੇ ਹਨ। ਧਿਆਨ ਰੱਖਣਾ, ਦੋ ਸ਼ਬਦ ਹੁੰਦੇ ਹਨ, ਇੱਕ ਹੈ ਰਚਨਾ, ਦੂਜੀ ਹੈ ਸੰਪਾਦਨਾ। ਰਚਨਾ ਹੁੰਦੀ ਹੈ ਆਮ ਕਿਤਾਬ ਦੀ ਰਚਨਾ ਕਰਨੀ, ਕੋਈ ਬਿਲਡਿੰਗ ਬਣਾਉਣੀ ਜਾਂ ਹੋਰ ਕਾਰਜ ਕਰਨੇ। ਸੰਪਾਦਨਾ ਹੁੰਦੀ ਹੈ ਕਿਸੇ ਖਾਸ ਗ੍ਰੰਥ ਦੀ, ਖਾਲਸਾ ਜੀ, ਉਹਦੀ ਐਡੀਟਿੰਗ ਕਿਵੇਂ ਕਰਨੀ ਹੈ। ਇਹ ਰੂਹਾਨੀ ਸੰਪਾਦਨਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਜਿਵੇਂ ਜਿਵੇਂ ਜੋ ਵੀ ਇਲਹਾਮ ਹੋਇਆ ਗੁਰੂ ਨਾਨਕ ਮਹਾਰਾਜ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਉਹ ਸਾਰੀ ਬਾਣੀ ਦੀਆਂ ਪੋਥੀਆਂ ਖਾਲਸਾ ਜੀਓ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਹਨ। ਰਾਮਸਰ ਇਹ ਪਾਵਨ ਸਥਾਨ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ, ਭਾਈ ਗੁਰਦਾਸ ਜੀ ਤੁਸੀਂ ਹੁਣ ਸਾਰੀ ਬਾਣੀ ਨੂੰ ਚੰਗੀ ਤਰ੍ਹਾਂ ਵਿਚਾਰ ਕਰਕੇ ਲਿਖੋ। ਤੇ ਭਾਈ ਸਾਹਿਬ ਨੇ ਹੱਥ ਜੋੜ ਲਏ, ਮਹਾਰਾਜ ਮੈਂ ਕੀ ਜਾਣਦਾ ਹਾਂ, ਸਤਿਗੁਰੂ ਜੀ ਮੇਰੇ 'ਚ ਕੋਈ ਸਮਰੱਥਾ ਨਹੀਂ, ਮੈਨੂੰ ਕਿਵੇਂ ਸਮਝ ਆਵੇਗੀ ਕਿਹੜੀ ਬਾਣੀ ਗੁਰੂ ਨਾਨਕ ਮਹਾਰਾਜ ਦੀ ਹੈ, ਕਿਹੜੀ ਬਾਣੀ ਗੁਰੂ ਅੰਗਦ ਦੇਵ ਮਹਾਰਾਜ ਦੀ ਹੈ, ਕਿਹੜੀ ਬਾਣੀ ਗੁਰੂ ਅਮਰਦਾਸ ਮਹਾਰਾਜ ਦੀ ਹੈ ਤੇ ਕਿਹੜੀ ਬਾਣੀ ਗੁਰੂ ਰਾਮਦਾਸ ਮਹਾਰਾਜ ਦੀ ਹੈ। ਗੁਰੂ ਸਾਹਿਬ ਕਹਿਣਗੇ ਫਿਕਰ ਨਾ ਕਰੋ। ਜਿਵੇਂ ਕੋਈ ਬੱਚਾ ਆਪਣੇ ਘਰ ਤੋਂ ਬਾਹਰ ਹੋਵੇ ਤੇ ਘਰ ਵਿੱਚ ਉਹਦੇ ਮਾਤਾ ਪਿਤਾ, ਉਹਦੇ ਭੈਣ ਭਰਾ ਹੋਣ, ਬਾਹਰੋਂ ਕੋਈ ਪੁੱਛ ਲੇ, ਦੱਸ ਬੇਟਾ ਇਹ ਕਿਹਦੀ ਆਵਾਜ਼ ਆ ਰਹੀ ਹੈ, ਕੌਣ ਬੋਲਦਾ ਪਿਆ ਅੰਦਰ, ਤੇ ਬੱਚਾ ਉਸ ਆਵਾਜ਼ ਨੂੰ ਪਛਾਣਦਾ ਹੈ। ਬੱਚਾ ਕਹਿੰਦਾ ਇਹ ਆਵਾਜ਼ ਮੇਰੇ ਪਿਤਾ ਦੀ ਆ ਰਹੀ ਹੈ। ਹੁਣ ਜਿਹੜਾ ਕੋਈ ਬੋਲਦਾ ਪਿਆ ਇਹ ਮੇਰੀ ਮਾਂ ਬੋਲਦੀ ਪਈ ਹੈ, ਇਹ ਆਵਾਜ਼ ਮੇਰੇ ਭਰਾ ਦੀ ਹੈ, ਇਹ ਆਵਾਜ਼ ਮੇਰੀ ਭੈਣ ਦੀ ਹੈ। ਇਸ ਤਰ੍ਹਾਂ ਬੱਚੇ ਦੀ ਤਰ੍ਹਾਂ ਤੁਹਾਨੂੰ ਗੁਰੂ ਨਾਨਕ ਮਹਾਰਾਜ ਦੀ ਆਵਾਜ਼, ਇਹ ਧੁਰ ਕੀ ਬਾਣੀ ਆਪੇ ਸਮਝ ਆ ਜਾਏਗੀ ਵੀ ਗੁਰੂ ਨਾਨਕ ਮਹਾਰਾਜ ਜੀ ਆਪੇ ਬੋਲਦੇ ਪਏ, ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਆਪੇ ਉਚਾਰਨ ਕਰਦੇ ਪਏ, ਇਹ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜੋ ਇਲਹਾਮ ਹੋਇਆ ਉਹ ਮਹਾਰਾਜ ਜੀ ਨੇ ਉਚਾਰਨ ਕੀਤਾ। ਫਿਕਰ ਨਾ ਕਰੋ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਤੇ ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ, ਕਪਾਟ ਖੋਲਤੇ ਭਾਈ ਗੁਰਦਾਸ ਜੀ ਤੇ ਭਾਈ ਸਾਹਿਬ ਨੇ ਚਰਨਾਂ ਤੇ ਮੱਥਾ ਟੇਕਿਆ ਖਾਲਸਾ ਜੀਓ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੋਥੀ ਸਾਹਿਬ ਦਾ ਪ੍ਰਕਾਸ਼ ਕੀਤਾ, ਗੁਰੂ ਨਾਨਕ ਮਹਾਰਾਜ ਜੀ ਦੇ ਯਾਦ ਕਰਕੇ ਕਿਵੇਂ ਮਹਾਰਾਜ ਗੁਰਬਾਣੀ ਲਿਖਵਾ ਰਹੇ ਹਨ। ਆਓ ਖਾਲਸਾ ਜੀਓ, ਇਹ ਧੁਰ ਕੀ ਬਾਣੀ ਹੈ, ਇਹਦੀ ਸੰਪਾਦਨਾ ਕਿਵੇਂ ਕਰਾ ਰਹੇ ਹਨ ਗੁਰੂ ਅਰਜਨ ਦੇਵ ਮਹਾਰਾਜ। ਆਓ ਸਾਡੇ ਸਭਨਾਂ ਲਈ ਇਹ ਸੁਖਦਾਇਕ ਗੁਰੂ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ। ਆਓ ਸਰਵਣ ਕਰੀਏ ਜੀ। ਸਾਰੇ ਗੁਰੂ ਕੇ ਪਿਆਰੇ ਆਪਣੀ ਸੁਰਤੀ ਬਿਰਤੀ ਕਾਗਰ ਕਰਦਿਆਂ ਸ਼ਰਧਾ ਸਤਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪੂਰਬ ਸ੍ਰੀ ਜਪ ਜੀ ਲਿਖਵਾਏ। ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਬਾਣੀ ਲਿਖੀ, ਸ਼੍ਰੋਮਣੀ ਬਾਣੀ, ਜਪਜੀ ਸਾਹਿਬ ਦੀ ਬਾਣੀ, ਗੁਰੂ ਨਾਨਕ ਮਹਾਰਾਜ ਦੀ ਬਾਣੀ। ਸਭ ਤੋਂ ਪਹਿਲਾਂ ਮਹਾਰਾਜ ਇਹ ਲਿਖਵਾ ਰਹੇ ਹਨ, ਰੋਚਰ ਮੰਗਲਾ ਚਰਨ ਸੁਹਾਏ। ਇਹ ਬੜਾ ਸੋਹਣਾ ਮੰਗਲਾ ਚਰਨ ਖਾਲਸਾ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਸ ਤਰ੍ਹਾਂ ਮਹਾਰਾਜ ਇਹ ਮੂਲ ਮੰਤਰ ਲਿਖਵਾ ਕੇ, ਮੰਗਲਾ ਚਰਨ ਲਿਖਵਾ ਕੇ, ਬੜਾ ਸੋਹਣਾ ਹੈ। ਇਹ ਸਾਰੀ ਬਾਣੀ ਦਾ ਕੇਂਦਰੀ ਸਾਰ ਇੱਕ ਓੰਕਾਰ ਹੈ ਖਾਲਸਾ ਜੀ।
ਵੀ ਇੱਕ ਦੀ ਗੱਲ ਸਾਰੀ ਗੁਰਬਾਣੀ ਵਿੱਚ ਹੈ। ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਇਹ ਮੰਗਲਾ ਚਰਨ ਲਿਖਵਾਇਆ ਹੈ। ਪੌੜੀ 4.5 ਉਚਾਰੇ। ਫਿਰ 4.5 ਪੌੜੀਆਂ ਮਹਾਰਾਜ ਜੀ ਨੇ ਉਚਾਰਨ ਕੀਤੀਆਂ ਹਨ। ਪਾਰ ਬ੍ਰਹਮ ਵਰਨਨ ਸੁਖਕਾਰੇ। ਜਿਸ ਵਿੱਚ ਪ੍ਰਮਾਤਮਾ ਨੂੰ ਵਰਣਨ ਕੀਤਾ ਗਿਆ ਹੈ ਸਾਰੀ ਪੌੜੀਆਂ ਵਿੱਚ ਖਾਲਸਾ ਜੀਓ। ਰੱਬ ਦੀ ਵਡਿਆਈ ਹੈ ਜੋ ਰੱਬ ਸਭ ਨੂੰ ਸੁਖ ਦੇਣ ਵਾਲਾ ਹੈ। ਢੇਡ ਬਿਖੈ ਗੁਰ ਮਹਿਮਾ ਤੇ ਕਹੇ। ਡੇਢ ਪੌੜੀ ਵਿੱਚ ਗੁਰੂ ਦੀ ਮਹਿਮਾ ਬਿਆਨ ਕੀਤੀ ਖਾਲਸਾ ਜੀਓ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਇੱਥੇ ਤੱਕ 4.5 ਪੌੜੀ। ਇਸ ਤੋਂ ਅੱਗੇ ਗੁਰਮੁਖ ਨਾਦੰ, ਗੁਰਮੁਖ ਵੇਦੰ, ਇਹ ਗੁਰੂ ਦੀ ਮਹਿਮਾ ਬਿਆਨ ਕੀਤੀ ਹੈ। 5ਵੀਂ ਪੌੜੀ ਤੋਂ ਲੈ ਕੇ ਤੇ 6ਵੀਂ ਪੌੜੀ ਇੱਧਰ। ਪਹਿਲੀ ਪੌੜੀ ਖਾਲਸਾ ਜੀ ਜਿਹੜੀ ਹੈ ਨਾ, ਉਹਨੂੰ ਕਹਿੰਦੇ ਖਾਲਸਾ ਜੀ ਮੰਗਲਾ ਚਰਨ ਕਹਿੰਦੇ ਖਾਲਸਾ, ਜਿਹਨੂੰ ਮਹਾਰਾਜ ਜੀ ਨੇ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਭੁਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਸਹਿਜ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇਸ ਤੋਂ ਬਾਅਦ 4.5 ਪੌੜੀਆਂ ਉਹ ਰੱਬ ਦੀ ਵਡਿਆਈ ਕੀਤੀ। ਹੁਕਮੀ ਹੋਵਨ ਕਾਰ, ਗਾਵੇ ਕੋ ਤਾਣ। ਸਾਚਾ ਸਾਹਿਬ ਸਾਚ ਨਾਏ। ਇਹ ਮਹਾਰਾਜ ਨੇ 4.5 ਪੌੜੀਆਂ ਖਾਲਸਾ ਜੀ। ਤੇ 5ਵੀਂ ਪੌੜੀ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਇਤਨੇ ਤੱਕ ਮਹਾਰਾਜ ਸੋਚਿਆ ਸੋਚ ਨਾ ਹੋਵੇ। ਇੱਥੋਂ ਲੈ ਕੇ ਮਹਾਰਾਜ ਨੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਅੱਗੇ ਮਹਾਰਾਜ ਕੀ ਬਿਆਨ ਕਰਦੇ? ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ, ਪਾਰਬਤੀ ਮਾਈ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨ ਜਾਈ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਫਿਰ ਇਸ ਤੋਂ ਅਗਲੀ ਪੌੜੀ। ਤੀਰਥ ਨਾਵਾ, ਜੇ ਤਿਸ ਭਾਵਾ। ਵਿਣ ਭਾਣੇ ਕੇ ਨਹਾਏ ਕਰੀ। ਇੱਕ ਬੇਨਤੀ ਹੈ, ਸਾਡੇ ਕੋਲ 60,000 ਬਿੰਦੀਆਂ ਹਨ। 60,000 ਬਿੰਦੀਆਂ, ਟੋਕਰਾ ਭਰਿਆ ਹੋਇਆ। ਫਟ ਲਾਉਨੇ ਆ, ਚੱਲ ਤੀਰਥ ਨਹਾਵਾਂ, ਜੇ ਤਿਸ ਭਾਵਾਂ। ਫਟ ਫਟ ਬਿੰਦੀਆਂ ਲਾਈ ਜਾਂਦੇ ਖਾਲਸਾ ਜੀ। ਇੱਕੋ ਬਿੰਦੀ ਹੈ ਜਪਜੀ ਸਾਹਿਬ ਦੀ ਬਾਣੀ ਵਿੱਚ, ਭਾਂਡਾ ਪਾਓ। ਬਿੰਦੀਆਂ ਮਹਾਰਾਜ ਕੋਲ ਬੜੀਆਂ ਸਨ, ਹੱਥਗੁਰੂ ਵੀ ਲਗਾ ਸਕਦੇ ਸਨ ਖਾਲਸਾ ਜੀ। ਪਰ ਜਿੱਥੇ ਜੋ ਟੁਕੜਾ ਹੈ ਉੱਥੇ ਮਹਾਰਾਜ ਨੇ ਲਿਖੀ ਹੈ ਬਸ, ਭਾਂਡਾ ਪਾਓ। ਇੱਕੋ ਬਿੰਦੀ ਉੱਥੇ ਬਸ। ਹੋਰ ਇਸ ਬਾਣੀ 'ਚ ਹੋਰ ਕੋਈ ਬਿੰਦੀ ਨਹੀਂ ਖਾਲਸਾ ਜੀ। ਅਸੀਂ ਫਟਾਫਟ ਪੁਰੀਆਂ ਉਹ ਨਾਕੀ ਜੀ ਬੋਲੀ ਜਾ ਰਹੇ, ਨਾਸਕ ਬਿੰਦੀ ਖਾਲਸਾ ਜੀ। ਉਹ ਨਹੀਂ ਭਾਈ, ਹਾਂ ਅਰਥ ਲਈ ਲਗਾ ਸਕਦੇ ਹੋ ਬਹੁਵਚਨ ਕਰਕੇ, ਜਿਵੇਂ ਜਾਇਜ਼ ਹੈ। ਜਿੱਥੇ ਉਹ ਜਿਹਨੇ ਕਥਾ ਕਰਨੀ ਹੈ ਜਾਂ ਜਿਹਨੇ ਵਿਚਾਰ ਕਰਨੀ ਹੈ, ਆਪਣੇ ਆਪ ਅਰਥ ਲਈ ਲਗਾਵੇ। ਪਰ ਬਾਣੀ ਉਚਾਰਨ ਵਿੱਚ ਨਹੀਂ ਖਾਲਸਾ ਜੀ। ਉਹ ਤੀਰਥ ਨਾਵਾ, ਜੇ ਤਿਸ ਭਾਵਾ। ਵਿਣ ਭਾਣੇ ਕੇ ਨਹਾਏ ਕਰੀ, ਜੇਤੀ ਸਿਰਟ ਉਪਾਈ ਵੇਖਾ। ਵਿਣ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ। ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ 부ਝਾਈ। ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਸ ਤਰ੍ਹਾਂ ਮਹਾਰਾਜ ਜੀ ਨੇ ਗੁਰੂ ਦੀ ਮਹਿਮਾ, ਪਹਿਲੇ ਪਾਰ ਬ੍ਰਹਮ ਦੀ ਮਹਿਮਾ, ਫਿਰ ਮਹਾਰਾਜ ਜੀ ਨੇ ਗੁਰੂ ਦੀ ਮਹਿਮਾ ਵਿੱਚ
ਇਹ ਡੇਢ ਪੌੜੀ ਉਚਾਰਨ ਕੀਤੀ ਹੈ। ਕੀਨ ਮੰਗਲਾ ਚਰਨ ਸਹੇ। ਇਹ ਹੈ ਮੰਗਲਾਚਰਨ ਸਹੀ ਰੂਪ ਵਿੱਚ ਮਹਾਰਾਜ। ਪਹਿਲਾ ਪਾਰ ਬ੍ਰਹਮ ਦੀ ਮਹਿਮਾ, ਮੂਲ ਮੰਤਰ ਪਰਮਾਤਮਾ ਦੀ ਮਹਿਮਾ ਤੇ ਉਪਰੰਤ ਗੁਰੂ ਦੀ ਮਹਿਮਾ ਕਰਕੇ ਅਸਲ ਮੰਗਲਾਚਰਨ ਮਹਾਰਾਜ ਨੇ ਇਹ ਉਚਾਰਨ ਕੀਤਾ ਹੈ। ਜੇ ਜੁਗ ਚਾਰੇ ਲਿਖੇ ਸੋ ਫੇਰੇ। ਉਪਰੰਤ ਕੀ ਲਿਖਿਆ? ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ ਆਖੋ ਸਤਨਾਮ। ਸ੍ਰੀ ਵਾਹ। ਇੱਕ ਵਿਚਾਰ ਇੱਥੇ ਹੋਰ ਖੋਲ ਦਈਏ, ਚੰਗਾ ਰਹਿੰਦਾ ਹੈ। ਅਸੀਂ ਬੜਾ ਕਿੰਤੂ ਕਰਦੇ ਹਾਂ, ਮੂਲ ਮੰਤਰ ਇਤਨਾ ਹੈ ਜੀ, ਕੋਈ ਕਹਿੰਦੇ ਇਤਨਾ ਹੈ ਜੀ, ਕੋਈ ਕਹਿੰਦੇ ਇਤਨਾ ਹੈ। ਭਾਈ ਜਿਤਨਾ ਹੈ ਉਤਨਾ ਪੜ ਲੋ, ਚੰਗਾ ਹੈ। ਇੱਕ ਓੰਕਾਰ ਹੀ ਪੜ ਲੋ। ਸਾਡੇ ਉਸਤਾਦ ਜੀ ਕਹਿੰਦੇ ਹਨ ਕਿ ਭਾਈ ਤੁਹਾਨੂੰ ਜੋ ਚੰਗਾ ਲੱਗਦਾ ਹੈ ਪੜ ਲੋ, ਸਮਝ ਤਾਂ ਲੋ ਮੂਲ ਮੰਤਰ ਹੈ ਕਿ ਇੱਕ ਦੀ ਗੱਲ ਹੈ, ਇੱਕ ਨੂੰ ਮੰਨ ਲੋ, ਬਸ ਝਗੜਾ ਨਾ ਕਰੋ। ਕਈ ਕਹਿੰਦੇ ਗੁਰਪ੍ਰਸਾਦ ਤੱਕ ਜਾਇਜ਼ ਹੈ, ਕਈ ਕਹਿੰਦੇ ਸੱਚ ਤੱਕ ਠੀਕ ਹੈ। ਪ੍ਰਾਤਨ ਸੰਪਰਦਾਵਾਂ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਰਤਮਾਨ ਵਿਦਵਾਨ ਗੁਰਪ੍ਰਸਾਦ ਤੱਕ। ਉਹ ਝਗੜਾ ਨਾ ਕਰੋ ਨਾ ਭਾਈ, ਗੱਲ ਤਾਂ ਰਸ ਲੈਣਾ ਹੈ। ਅਸੀਂ ਪੈ ਗਿਆ ਅੱਖਰਾਂ ਵਿੱਚ, ਝਗੜੇ ਵਿੱਚ। ਠੀਕ ਹੈ, ਜਿਸ ਨੂੰ ਜੋ ਚੰਗਾ ਲੱਗਦਾ ਹੈ ਪੜ ਲਵੇ ਭਾਈ, ਪਰ ਝਗੜਾ ਨਾ ਕਰੇ। ਗੱਲ ਤਾਂ ਰਸ ਲੈਣਾ ਸੀ ਖਾਲਸਾ ਜੀ। ਉਹ ਵਿਚਾਰ ਲੰਬੀ ਹੈ ਕਿ ਕਿਤਨਾ ਮੂਲ ਮੰਤਰ ਕੀ ਹੈ, ਕਦੀ ਫਿਰ ਸਹੀ, ਪਰ ਮੇਨ ਗੱਲ ਹੈ ਭਾਈ ਵਾਹਿਗੁਰੂ 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 ਵਾਹਿਗੁਰੂ। ਇੱਥੇ ਹੀ ਆਉਣਾ ਅੜ ਕੇ। ਬਾਣੀ ਕਹਿੰਦੀ ਇੱਕ ਤੇ ਆ ਜਾਓ, ਬਸ ਇੱਕ ਤੇ ਆਪਣੀ ਬਿਰਤੀ ਟਿਕਾ ਲਓ। ਜੇ ਨਹੀਂ ਟਿਕਾਓਗੇ ਤੇ ਫਿਰ ਘੁੰਮਣ ਘੇਰੀ ਪਈ ਰਵੇਗੀ। ਫਿਰ ਕੀ ਹੋਵੇਗਾ? ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ ਤਾ ਬਾਤ ਨ ਪੁੱਛੈ ਕੇ। ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਇਹ 7ਵੀਂ ਪੌੜੀ ਮਹਾਰਾਜ ਨੇ ਫਿਰ ਉਚਾਰਨ ਕੀਤੀ ਹੈ। ਇਸ ਮਹਿ ਭਨਿਓ ਵਿਰਾਗ ਬਡੇਰੇ। ਇਸ ਪੌੜੀ 'ਚ ਮਹਾਰਾਜ ਨੇ ਵਿਰਾਗ ਬਿਆਨ ਕੀਤਾ ਕਿ ਬੰਦਿਆ ਤੇਰੀ ਉਮਰ ਜੇ ਜੁਗ ਚਾਰੇ ਯਾਰ ਜਾ, 4 ਜੁਗ ਹੋ ਜਾਵੇ। ਇੱਕ ਜੁਗ ਦੀ ਉਮਰ ਹੈ, ਕਲ ਯੁਗ ਦੀ ਉਮਰ ਹੈ 4,32,000। ਮਹਾਂਪੁਰਸ਼ਾਂ ਨੇ ਵਿਦਵਾਨਾਂ ਨੇ ਗਿਣਤੀ ਕੀਤੀ ਹੈ। ਦੁਆਪਰ ਦੀ ਉਮਰ ਇਸ ਤੋਂ ਡਬਲ ਹੈ, 8,64,000। ਤ੍ਰੇਤੇ ਦੀ ਉਮਰ ਇਸ ਤੋਂ ਤਿਗੁਣੀ ਹੈ, 12,96,000। ਤੇ ਸਤਜੁਗ ਦੀ ਉਮਰ ਤੋਂ 4 ਗੁਣੀ ਹੈ। ਇਸ ਤਰ੍ਹਾਂ ਖਾਲਸਾ 'ਚ 17,28,000। ਕੁੱਲ ਬਣਦੀ ਹੈ 43,20,000 4 ਜੁਗਾਂ ਦੀ ਉਮਰ। ਜੇ ਜੁਗ 4,000 ਜਾਂ 43,20,000 ਉਮਰ ਬੰਦੇ ਦੀ ਹੋ ਜਾਵੇ। ਹੋਰ ਦਸੋਣੀ ਹੋਏ 10 ਗੁਣਾ ਹੋਰ ਹੋ ਜਾਵੇ ਖਾਲਸਾ ਜੀ, ਆਪੇ ਬਿੰਦੀਆਂ ਲਾਈ ਜਾਉਣ। 43,32,000 4 ਕਰੋੜ ਕਿਤਨਾ ਬਣ ਗਿਆ, ਤੁਰੀ ਜਾਓਗੇ। ਇਤਨੀ ਉਮਰ ਹੋ ਜਾਵੇ ਪਰ ਬੰਦਿਆ ਤੇਰਾ ਬਹੁਤਾ ਨਾਮ ਹੋ ਜਾਵੇ। ਵੱਡਾ ਨਾਮ ਰਖਾਏ ਕੈ। ਇਤਨਾ ਵੱਡਾ ਬਾਦਸ਼ਾਹ ਜੀ, ਸਿਕੰਦਰ ਬਾਦਸ਼ਾਹ ਵੀ ਤੁਰ ਗਿਆ, ਲੋਮਸ ਰਿਸ਼ੀ ਵਰਗੇ ਤੁਰ ਗਏ। ਮਾਰ ਕੰਡੇ ਤੇ ਕੋ ਅਧਿਕਾਈ ਜਿਨ ਤ੍ਰਿਣ ਧਰ ਮੂੰਡ ਬੁਲਾਏ। ਰਾਗ ਧਨਾਸਰੀ ਕਿ ਮਾਰ ਕੰਡਾ ਰਿਸ਼ੀ 88,000 ਉਮਰ ਹੋਈ ਉਹਦੀ ਖਾਲਸਾ ਜੀ। ਕੱਖਾਂ ਦੀ ਝੋਪੜੀ ਚ ਰਹਿੰਦਾ ਰਿਹਾ, ਪਤਾ ਸੀ ਉਹਨੂੰ ਕਿ ਤੁਰ ਜਾਣਾ ਮੈਂ ਵੀ। ਇਸ ਕਰਕੇ ਇੱਥੇ ਦੱਸ ਰਹੇ ਬੈਰਾਗ ਕਿ ਬੰਦਿਆ ਤੇਰੀ ਇਤਨੀ ਉਮਰ ਹੋ ਜਾਵੇ ਪਰ ਆਪਣੇ ਆਪ ਤੇ ਮਾਣ ਨਾ ਕਰੀ ਕਿ ਮੇਰੀ ਇਤਨੀ ਉਮਰ ਹੈ, ਮੇਰਾ ਇਤਨਾ ਰਾਜ ਹੈ, ਮੇਰਾ ਇਤਨਾ ਨਾਮ ਹੋ ਰਿਹਾ ਹੈ। ਜੇ ਰੱਬ ਦੀ ਬਖਸ਼ਿਸ਼ ਨਾ ਹੋਈ, ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ। ਉਹਦੀ ਨਿਗਾਹ ਨਾ ਹੋਈ ਨਾ
ਤੇ ਕੀੜੇ ਵਿੱਚ ਤੂੰ ਕੀੜਾ ਹੈ ਛੋਟਾ ਜਿਹਾ। ਕਦੀ ਵੇਖਣਾ ਆਪਣੇ ਆਪ ਨੂੰ ਤੇ ਬਿਲਡਿੰਗ ਚੜ ਕੇ ਅਸੀਂ ਸਭ ਕੀੜੇ ਨਜ਼ਰ ਆ ਰਹੇ ਸਾਰੇ। ਹੋਰ ਉੱਤੇ ਚਲੇ ਜਾਓ, ਕੀੜਿਆਂ ਚੋਂ ਕੀੜੇ, ਬਿਲਕੁਲ ਬਰੀਕ ਕੀੜੇ ਦਿਖਣੇ ਵੀ ਨਹੀਂ ਸੀ ਖਾਲਸਾ ਜੀ। ਤੇ ਬੰਦੇ ਆਪਣੇ ਆਪ ਤੇ ਗੁਮਾਨ ਨਾ ਕਰ। ਸਾਨੂੰ ਇਹ ਸਿਖਾਇਆ ਹੈ ਇਸ ਪੌੜੀ ਵਿੱਚ, ਮੰਨਾ ਰੱਬ ਦੇ ਪਿਆਰਿਆ ਬੈਰਾਗ ਕਰ। ਇਹ ਸੋਚ ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹੈ, ਜੋ ਬਾਲੂ ਕੀ ਭੀਤ। ਇਹ ਦੱਸਿਆ ਹੈ ਮਨਾ ਸੰਸਾਰ ਤੋਂ ਤੁਰ ਹੀ ਜਾਣਾ ਹੈ, ਜੋ ਵੀ ਆਇਆ ਉਹਨੂੰ ਜਾਣਾ ਹੀ ਪਵੇਗਾ। ਸਰਵਨ ਮਹਾਤਮ ਚਾਰ ਮਝਾਰੇ। ਤੇ ਚਾਰ ਪੌੜੀਆਂ ਅਗਲੀਆਂ ਖਾਲਸਾ ਜੀ, ਜਿਸ ਵਿੱਚ ਸੁਣਨ ਦੀ ਮਹਿਮਾ ਬਿਆਨ ਕੀਤੀ ਹੈ। ਪਹਿਲੇ ਮੂਲ ਮੰਤਰ, ਫਿਰ ਪਰਮਾਤਮਾ ਦੀ ਵਡਿਆਈ, ਫਿਰ ਗੁਰੂ ਦੀ ਵਡਿਆਈ, ਫਿਰ ਬੈਰਾਗ, ਤੇ ਫਿਰ ਚਾਰ ਪੌੜੀਆਂ। ਸੁਣਿਆ ਸਿੱਧ ਪੀਰ ਸੁਰਨਾਥ ਪਹਿਲੀ ਪੌੜੀ, ਸੁਣਿਆ ਈਸ਼ਰ ਬਰਮਾ ਇੰਦ ਦੂਜੀ ਪੌੜੀ, ਸੁਣਿਆ ਸਤ ਸੰਤੋਖ ਗਿਆਨ ਤੀਜੀ ਪੌੜੀ, ਸੁਣਿਆ ਸਰਾ ਗੁਣਾ ਕੇ ਗਾਹ। ਇਹਦਾ ਪਾਠ ਸੁਣਿਆ ਹੈ। ਵਿਦਵਾਨ ਸੰਪਰਦਾਇ ਮਹਾਂਪੁਰਸ਼ ਇਹ ਕਰਦੇ ਸੁਣਿਆ। ਅਸੀਂ ਬੋਲਦੇ ਹਾਂ ਸੁਣੀਐ, ਨਾਣੇ ਨੂੰ ਸਿਹਾਰੀ ਹੈ, ਸੁਣੇ ਐ ਸਿਹਾਰੀ ਬੋਲਦੇ ਹਨ। ਸੁਣਿਆ ਸਿੱਧ ਪੀਰ ਸੁਰਨਾਥ, ਜਿਸ ਵਿੱਚ ਸੁਣਨ ਦੀ ਮਹਿਮਾ ਮਹਾਰਾਜ ਨੇ ਬਿਆਨ ਕੀਤੀ ਕਿ ਸੁਣਨ ਨਾਲ ਕੀ ਕੀ ਪ੍ਰਾਪਤੀ ਹੁੰਦੀ ਖਾਲਸਾ ਜੀ। ਸਾਰੀ ਰਿਧੀਆਂ ਸਿੱਧੀਆਂ ਸਭ ਕੁਛ ਮਨੁੱਖ ਕੋਲ ਆ ਜਾਂਦਾ ਹੈ। ਸੁਣਿਆ ਅੰਧੇ ਪਾਵੈ ਰਾਹੋ, ਅੰਨੇ ਮਨੁੱਖ ਵੀ ਰਾਹ ਤੇ ਪੈ ਜਾਂਦੇ ਸੁਣਨ ਨਾਲ ਗੁਰੂ ਕੀ ਬਾਣੀ। ਸਭ ਤੋਂ ਪਹਿਲਾਂ ਮਹਾਰਾਜ ਨੇ ਇਹ ਸੁਣਨ ਦੀ ਮਹਿਮਾ ਬਿਆਨ ਕੀਤੀ ਹੈ। ਪੁਨ ਹੈ ਮਨਨ ਭਾਖਿਓ ਵਿਚਾਰੇ। ਉਸ ਤੋਂ ਬਾਅਦ ਬਿਆਨ ਕੀਤੀ ਹੈ ਮੰਨਨ ਦੀ। ਮੰਨੇ ਕੀ ਗਤ ਕਹੀ ਨਾ ਜਾਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਵੈ ਮੋਖ ਦੁਆਰ। ਇਹ ਚਾਰ ਪੌੜੀਆਂ ਮੰਨਨ ਦੀਆਂ। ਵਿਸ਼ਵਾਸ ਕਰੋ। ਜਿਹਨੇ ਕਦੀ ਸੁਣਿਆ ਹੀ ਨਹੀਂ ਕੀ ਮੰਨੇਗਾ ਖਾਲਸਾ ਜੀ। ਪਹਿਲਾਂ ਸੁਣਿਆ ਹੈ ਰੱਬ ਦੀ ਗੱਲ, ਪਹਿਲਾਂ ਸੁਣੋ, ਗੁਰੂ ਦੀ ਬਾਣੀ ਸੁਣੀਏ, ਗੁਰੂ ਦੀ ਕਥਾ ਸੁਣੀਏ, ਗੁਰੂ ਦਾ ਕੀਰਤਨ ਸੁਣੀਏ, ਨਾਮ ਵੀ ਸੁਣੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਜਿਹੜਾ ਬੋਲਦਾ ਨਾ ਉਹ ਆਪ ਹੀ ਸੁਣੇ ਨੂੰ। ਵਾਹਿਗੁਰੂ ਵਾਹਿਗੁਰੂ। ਸੁਣ ਤਾਂ ਲਿਆ ਸਭ ਨੇ, ਫਿਰ ਮੰਨੋ ਵੀ, ਆਪਣੇ ਅੰਦਰ ਬਿਠਾ ਲਓ ਇਹ ਠੀਕ ਹੈ। ਵਾਹਿਗੁਰੂ ਜੋ ਸੁਣਿਆ ਹੈ ਉਹਨੂੰ ਆਪਣੇ ਅੰਦਰ ਬਿਠਾਣਾ, ਉਸ ਤੇ ਮਨਨ ਕਰਨਾ, ਬਾਰ ਬਾਰ ਉਹਨੂੰ ਯਾਦ ਰੱਖਣਾ, ਵਿਸ਼ਵਾਸ ਕਰਨਾ। ਇਹ ਮਨਨ ਦੀ ਅਵਸਥਾ ਹੈ। ਇਤਿਆਸਨ ਪੰਚੇ ਪਰਵਾਨ। ਉਪਰੰਤ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਫਿਰ ਅਸੰਖ ਜਪ, ਫਿਰ ਸੰਖ ਮੂਰਖ, ਫਿਰ ਸੰਖ ਨਾਮ, ਸੰਖ ਥਾਪ। ਇਹ ਚਾਰ ਪੌੜੀਆਂ ਨਿਧਿਆਸਨ ਦੀਆਂ ਹਨ ਖਾਲਸਾ ਜੀ। ਕਿ ਸੁਣਿਆ ਮੰਨਿਆ ਮਨ ਕੀਤਾ ਭਾਉ। ਸੁਣ ਕੇ ਮਨਨ ਕਰਨਾ ਤੇ ਮਨਨ ਕਰਕੇ ਬਾਰ-ਬਾਰ ਉਹਨੂੰ ਪ੍ਰੈਕਟੀਕਲ ਕਰਨਾ, ਵਿਚਾਰ ਕਰਨੀ। ਜੋ ਮੈਂ ਸੁਣਿਆ ਹੈ ਉਹ ਠੀਕ ਹੈ ਤੇ ਉਹਦੇ ਵਿੱਚ ਖੁੱਭ ਜਾਣਾ। ਵਾਹਿਗੁਰੂ ਬਸ ਵਿੱਚ ਖੁੱਭ ਜਾਣਾ। ਇਹਦੇ ਜੋ ਗੁਰੂ ਕੀ ਬਾਣੀ ਸੁਣੀ ਵਿੱਚ ਖੁੱਭ ਜਾਣਾ, ਇਹ ਹੈ ਨਿਧਿਆਸਨ ਦੀ ਅਵਸਥਾ। ਇਸ ਮਹਿ ਨੀਕੇ ਕੀਨ ਬਖਾਨ। ਤੇ ਇਸ ਵਿੱਚ ਇਹ ਚੰਗੀ ਤਰ੍ਹਾਂ ਬਖਿਆਨ ਕੀਤਾ ਗਿਆ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ
ਨਿਰੰਕਾਰ ਇਹ ਦੱਸਿਆ ਗਿਆ ਹੈ। ਅਸੀਂ ਕੌਣ ਆ? ਤੂੰ ਐ ਇਨਸਾਨ, ਤੂੰ ਕੌਣ ਹੈ? ਸਦਾ ਹਮੇਸ਼ਾ ਰਹਿਣ ਵਾਲਾ, ਸਲਾਮਤ ਰਹਿਣ ਵਾਲਾ ਨਿਰੰਕਾਰ ਰੱਬ ਹੀ ਹੈ। ਬਸ ਤੂੰ ਸਦਾ ਸਲਾਮਤ ਕੌਣ ਹੈ? ਨਿਰੰਕਾਰ। ਤੇਰਾ ਕੋਈ ਕਾਰ ਹੈ ਹੀ ਨਹੀਂ ਮਨੁੱਖ। ਸਰੀਰ ਦਾ ਆਕਾਰ ਹੈ, ਪਰ ਇਹ ਮਨਾ ਜੋ ਤੂੰ ਸੁਣਿਆ ਹੈ ਵਾਹਿਗੁਰੂ, ਜੋ ਤੂੰ ਮਨਨ ਕੀਤਾ ਹੈ ਵਾਹਿਗੁਰੂ, ਤੂੰ ਨਿਧਿਆਸਨ ਕਰ ਰਿਹਾ ਹੈ, ਉਹ ਰੂਪ ਤੇਰਾ ਹੈ। ਬਸ ਤੂੰ ਵਾਹਿਗੁਰੂ ਹੈ, ਜੋਤ ਰੂਪ ਹੈ। ਏਕ ਨੂਰ ਤੇ ਸਭ ਜਗ ਉਪਜਿਆ, ਤੂੰ ਨੂਰ ਹੈ, ਨੂਰ ਨਿਰੰਕਾਰ ਹੈ ਤੇ ਤੂੰ ਨਿਰੰਕਾਰ ਰੂਪ ਹੈ, ਹਮੇਸ਼ਾ ਰਹਿਣ ਵਾਲਾ ਹੈ। ਸਾਖਿਆਤ ਪਰ ਇਹ ਤੁਕ ਚਾਰ, ਸਾਖਸ਼ਾਤ ਅਵਸਥਾ ਦੀ ਇਹ ਚਾਰ ਤੁਕਾਂ ਮਹਾਰਾਜ ਜੀ ਨੇ ਬਿਆਨ ਕੀਤੀਆਂ ਖਾਲਸਾ ਜੀਓ। ਇਹਨਾਂ ਚਾਰ ਪੌੜੀਆਂ 'ਚ ਅਖੀਰ ਤੇ ਇਹੀ ਆ ਰਿਹਾ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹਰ ਪੌੜੀ ਦੇ ਅਖੀਰ ਤੇ ਤੂੰ ਸਦਾ ਸਲਾਮਤ ਨਿਰੰਕਾਰ ਸਾਖਸ਼ਾਤ ਕਰਨਾ। ਬਸ ਇਹ ਹੈ ਜਪਜੀ ਸਾਹਿਬ ਦੀ ਬਾਣੀ ਖਾਲਸਾ ਜੀ। ਪ੍ਰਤੱਖ ਰੱਬ ਸਾਹਮਣੇ ਦਿਖਾ ਦੇਣਾ ਮਹਾਰਾਜ ਨੇ। ਪੜਦੇ ਸਾਰੇ ਹੀ ਅਸੀਂ, ਪੂਰਾ ਨਾ ਮੰਨਣਾ, ਫਟਾਫਟ ਚੱਲੋ, ਚੱਲਣ 2-3 ਮਿੰਟ ਚ ਨਿਬੇੜਨਾ ਪਾਠ। ਸਾਡੀ ਰੇਸ ਲੱਗਦੀ ਹੈ। ਦੂਜੀ ਕਰਦੇ ਆ ਮੂਲ ਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਮਨ ਕਿੱਥੇ ਦੌੜ ਗਿਆ? ਮਨ ਅਜੇ ਪਾਠ ਸ਼ੁਰੂ ਨਹੀਂ ਹੋਇਆ, ਪਹਿਲੇ ਹੀ ਬੰਦਾ ਪੈ ਗਿਆ ਗਿਣਤੀ ਮਿੰਟ ਚ। ਅੱਜ ਉੱਥੇ ਜਾਣਾ ਯਾਰ, ਅੱਜ ਉਹ ਕੰਮ ਕਰਨਾ ਹੈ। ਬਸ ਮਨ ਇਵੇਂ ਦੌੜਦਾ ਹੈ। ਪਾਠ ਕਰਦੇ ਆ, ਬਸ ਇਹਨੂੰ ਟਿਕਾਉਣਾ। ਜਦੋਂ ਜਿੱਥੇ ਮਨ ਟਿਕ ਗਿਆ ਉੱਥੇ ਗੱਲ ਬਣ ਜਾਣੀ ਹੈ। ਹੁਣ ਮਨ ਟਿਕਣਾ ਬੜਾ ਔਖਾ ਹੈ। ਇਹ ਨਹੀਂ ਪਾਠ ਛੱਡ ਦੇਣਾ, ਪਾਠ ਕਰੀ ਜਾਣਾ ਹੈ। ਕਦੀ ਤਾਂ ਟਿਕੇਗਾ, ਲੱਗੇ ਰਹੋ ਬਸ ਵਾਹਿਗੁਰੂ ਵਾਹਿਗੁਰੂ। ਇਹਦਾ ਸੁਖੈਨ ਤਰੀਕਾ ਇਹ ਵੀ ਦੱਸਦੇ ਵਿਦਵਾਨ ਕਿ ਅੱਖਰਾਂ ਨੂੰ ਦੇਖ ਕੇ ਉੱਚੀ ਬੋਲਣਾ ਹੁੰਦਾ ਹੈ। ਉਹਨੂੰ ਫਿਰ ਸੁਣੋ। ਸੁਣਿਐ ਸਿੱਧ ਪੀਰ ਸੁਰਨਾਥ, ਉੱਚੀ ਬੋਲ ਕੇ ਸੁਣੋ ਫਿਰ ਮੈਂ ਕੀ ਬੋਲਿਆ ਹੈ। ਜੇ ਮਨੁਆ ਫਿਰ ਦੌੜਦਾ ਫਿਰ ਦੁਬਾਰਾ ਪੜੋ, ਫਿਰ ਦੌੜੇਗਾ ਫਿਰ ਦੁਬਾਰਾ ਪੜੋ। ਮਨ ਕਵੇਗਾ ਹੁਣ ਤਾਂ ਪੜ ਲੈ ਭਾਈ, ਟਾਈਮ ਬਹੁਤਾ ਲਾ ਦੇਗਾ ਬਾਬਾ, ਛੱਡਦਾ ਹੀ ਨਹੀਂ। ਤਾਂ ਇਸ ਕਰਕੇ ਬਾਰ-ਬਾਰ ਇਹ ਮਨ ਦੌੜੇਗਾ, ਬਾਰ-ਬਾਰ ਉੱਥੇ ਲਿਆਓ। ਇਹ ਬੰਦਾ ਆਪੇ ਕਹੇਗਾ ਹੁਣ ਤਾਂ ਮੈਂ ਸੁਣ ਲਵਾਂ, ਨਹੀਂ ਤਾਂ ਟਾਈਮ ਬੜਾ ਲੱਗ ਜਾਏਗਾ। ਇਸ ਕਰਕੇ ਬਾਰ-ਬਾਰ ਸੁਣਨਾ ਇਹ ਹੈ ਨਿਧਿਆਸਨ ਦੀ ਅਵਸਥਾ ਕਿ ਜੋ ਸੁਣਿਆ ਹੈ, ਸੁਣਿਆ ਮੰਨਿਆ, ਮਨ ਕੀਤਾ ਭਾਉ। ਸਾਖਸ਼ਾਤ ਦੀ ਅਵਸਥਾ ਪ੍ਰਤੱਖ ਪਰਮੇਸ਼ਰ ਸਾਹਮਣੇ ਦਿਖਾ ਦੇਣਾ ਮਹਾਰਾਜ ਜੀ ਨੇ। ਇਹ ਕ੍ਰਮ ਪ੍ਰਥਮੈ ਵਰਣਨ ਕਰਿਓ, ਇਹ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਕ੍ਰਮ ਅਨੁਸਾਰ ਵਰਣਨ ਕੀਤਾ ਹੈ। ਸੁਣਨ ਦੀ ਮਹਿਮਾ, ਮੰਨਣ ਦੀ ਮਹਿਮਾ, ਫਿਰ ਨਿਧਿਆਸਨ ਦੀ ਮਹਿਮਾ। ਤੇ ਇੱਕ ਦੀ ਸਾਰੀ ਗੱਲ ਮਹਾਰਾਜ ਜੀ ਬਿਆਨ ਕਰ ਰਹੇ ਹਨ। ਜਪ ਅਰ ਵੇਦ ਅਰਥ ਇੱਕ ਧਰਿਓ, ਇਸ ਤਰ੍ਹਾਂ ਮਹਾਰਾਜ ਜੀ ਨੇ ਅਗਾ ਸਾਰੀਆਂ ਪੌੜੀਆਂ ਬਿਆਨ ਕੀਤੀਆਂ। ਫਿਰ ਮਹਾਰਾਜ ਜੀ ਨੇ ਸਰੀਰ ਦੀ ਮਹਿਮਾ ਬਿਆਨ ਕੀਤੀ। ਸਰੀਰ ਨੂੰ ਧੋਈ ਜਾਓ, ਧੋਈ ਜਾਓ। ਧੋਣਾ ਜ਼ਰੂਰ ਹੈ, ਪਰ ਅੰਦਰਲਾ ਮਨ ਵੀ ਇਸ਼ਨਾਨ ਕਰਨਾ ਹੈ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸੁਖੇ। ਇਹ ਵੀ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਧੋਏ। ਫਿਰ ਅੱਗੇ ਸਾਰੀ ਪੌੜੀਆਂ ਮਹਾਰਾਜ ਨੇ। ਇਸ ਤਰ੍ਹਾਂ ਮਹਾਰਾਜ ਜੀ ਨੇ ਇਸ ਜਪ ਜੀ ਬਾਣੀ ਵਿੱਚ, ਜਪ ਵਿੱਚ ਰੱਬ ਦੇ ਜਪ ਦੀ ਬਿਆਨ ਮਹਿਮਾ ਬਿਆਨ ਕੀਤੀ ਹੈ। ਬ੍ਰਹਮ ਜਾਣਬੇ ਕੇ ਇਹ ਨਾਮੋ, ਇਹਦਾ ਨਾਮ ਕੀ ਹੈ? ਜਪ। ਜਪ ਦਾ ਅਰਥ ਹੈ ਰੱਬ ਨੂੰ ਜਾਣਨਾ। ਜਪ ਇੱਕ ਤਾਂ ਹੈ ਜਪਨ ਕਰਨਾ, ਜਪ ਬੰਦਿਆ ਜਪੀ ਜਾ। ਦੂਜਾ ਹੈ ਜਪ
ਕਿ ਬ੍ਰਹਮ ਨੂੰ ਜਾਣਨਾ ਹੈ। ਇਸ ਬਾਣੀ 'ਚ ਸਾਰੀ ਗੱਲ ਬ੍ਰਹਮ ਦੀ ਬਿਆਨ ਕੀਤੀ। ਇੱਕ ਓੰਕਾਰ, ਇੱਕ ਅਦੁੱਤੀ ਪ੍ਰਮਾਤਮਾ, ਨਿਰੰਕਾਰ ਰੂਪ ਓੰਕਾਰ ਜੋ ਵਿਆਪਕ ਹੋ ਗਿਆ ਹੈ। ਸਤਨਾਮ ਜਿਹਦੀ ਹੋਂਦ ਸਤ ਹੈ, ਜਿਹਦਾ ਨਾਮਣਾ ਸਤ ਹੈ। ਕਰਤਾ ਸਭ ਨੂੰ ਬਣਾਉਣ ਵਾਲਾ, ਬਣਾ ਕੇ ਫਿਰ ਸਭ ਵਿੱਚ ਬਰਾਬਰ ਸਮੇਹ ਹੋ ਗਿਆ ਹੈ, ਲੇਟ ਗਿਆ ਹੈ, ਸਮਾ ਗਿਆ ਹੈ। ਪੁਰਖ ਵਿਆਪਕ ਹੋ ਗਿਆ ਹੈ। ਕਰਤਾ ਪੁਰਖ ਨਿਰਭਉ, ਕਿਸੇ ਤੋਂ ਡਰਦਾ ਨਹੀਂ। ਨਿਰਵੈਰ, ਉਹਦਾ ਕਿਸੇ ਨਾਲ ਵੈਰ ਨਹੀਂ। ਅਕਾਲ, ਉਹ ਰੱਬ ਕਾਲ ਦੇ ਸਰੂਪ ਤੋਂ ਪਰੇ ਹੈ। ਉਹਦਾ ਸਰੂਪ ਕੀ ਹੈ? ਕਦੇ ਖਤਮ ਨਹੀਂ ਹੁੰਦਾ। ਅਕਾਲ ਮੂਰਤ, ਅਜੂਨੀ ਜੋਨਾਂ ਵਿੱਚ ਨਹੀਂ ਆਉਂਦਾ। ਸੈ ਭੰ, ਆਪਣੇ ਆਪ ਤੋਂ ਪ੍ਰਕਾਸ਼ ਹੈ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਸਦਕਾ ਉਹਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਮਹਾਰਾਜ ਜੀ ਨੇ ਜਪ, ਰੱਬ ਨੂੰ ਜਾਣੋ ਭਾਈ, ਬ੍ਰਹਮ ਨੂੰ ਜਾਣਨਾ ਹੀ ਇਸ ਬਾਣੀ ਦਾ ਮਹੱਤਵ ਮਹਾਰਾਜ ਜੀ ਨੇ ਇਹ ਨਾਮ ਦਰਸਾਇਆ ਹੈ। ਓਨੋਹ ਪਦ ਸਮਸਰ ਅਵਰਾਮੋ। ਦੁਬਾਰਾ ਪੰਕਤੀ ਪੜੋ ਜੀ। ਓਨੋਹ ਪਦ ਸਮਸਰ ਅਵਰਾਮੋ। ਇੱਕ ਪਾਸੇ ਜਪ, ਦੂਜੇ ਪਾਸੇ ਬ੍ਰਹਮ, ਇੱਕੋ ਹੀ ਰੂਪ ਹੈ ਖਾਲਸਾ ਜੀ। ਬ੍ਰਹਮ ਨੂੰ ਜਾਣਨਾ, ਦੋਵੇਂ ਪਦ ਬਰਾਬਰ ਹਨ, ਸਮਸਰ ਹਨ। ਅਬਿਰਾਮੋ ਬਹੁਤ ਸੋਹਣੇ ਹਨ ਕਿ ਬਾਰ-ਬਾਰ ਮਨਾ ਜਪਜੀ ਦਾ ਪਾਠ ਕਰ, ਰੱਬ ਨੂੰ ਜਾਣ। ਗਿਆਨ ਤੇ ਪ੍ਰਥਮ ਨਾਮ ਜਪ ਰਾਖਿਓ। ਇਸ ਕਰਕੇ ਨਾਮ ਪਹਿਲਾ ਰੱਖਿਆ ਜਪ, ਕਿ ਬਾਰ-ਬਾਰ ਜਾਪ ਕਰਕੇ ਬਾਣੀ ਦਾ ਬ੍ਰਹਮ ਨੂੰ ਜਾਣੋ ਜੀ। ਸਭ ਗੁਰਬਾਣੀ ਕੋ ਇਹ ਭਾਖਿਓ। ਤੇ ਸਾਰੀ ਗੁਰਬਾਣੀ ਦਾ ਇਹ ਨਾਮ ਇਹੀ ਰੱਖਿਆ, ਜਪ ਨਿਸ਼ਾਨ। ਜਪਜੀ ਸਾਹਿਬ ਸਤਕਾਰ ਵਜੋਂ ਕਹਿੰਦੇ ਹਨ। ਕਹੈ ਲਗ ਕਹੋ ਮਹਾਤਮ ਬਾਣੀ। ਗੁਰੂ ਨਾਨਕ ਮਹਾਰਾਜ ਦੀ ਪਹਿਲੀ ਬਾਣੀ ਜਪਜੀ ਸਾਹਿਬ। ਇੱਥੇ ਮਹੱਲਾ ਸ਼ਬਦ ਕੋਈ ਨਹੀਂ ਆਇਆ, ਇਹ ਜਪਜੀ ਸਾਹਿਬ ਦੀ ਬਾਣੀ ਹੈ। ਇਹ ਕਿਉਂਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਹੋਏ ਤੇ ਉਹਨਾਂ ਦੀ ਬਾਣੀ ਸ਼੍ਰੋਮਣੀ ਬਾਣੀ ਜਪਜੀ ਸਾਹਿਬ ਹੀ ਹੈ ਖਾਲਸਾ ਜੀ। ਤੇ ਇਹ ਮੂਲ ਮੰਤਰ ਮਹਾਰਾਜ ਸੱਚਖੰਡ ਤੋਂ ਲੈ ਕੇ ਆਏ, ਇਸ ਕਰਕੇ ਗੁਰੂ ਨਾਨਕ ਮਹਾਰਾਜ ਦੀ ਬਾਣੀ ਹੈ। ਸਭ ਤੋਂ ਪਹਿਲਾਂ ਮਹਾਰਾਜ ਨੇ ਬਾਣੀ ਵਿੱਚ ਰੱਬ ਦੀ ਵਡਿਆਈ ਬਿਆਨ ਕਰਕੇ ਇਹ ਸਾਰੀ ਬਾਣੀ ਵਿੱਚ ਅਕਾਲ ਦੀ ਵਡਿਆਈ ਕੀਤੀ ਹੈ। ਜੋ ਸਭ ਕੇ ਸਿਰ ਮੌਰ ਬਖਾਨੇ। ਇਹ ਸਭ ਦੀ ਸਰਮੋਰ ਬਾਣੀ ਇਹ ਜਪਜੀ ਸਾਹਿਬ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਦਾ ਇਹ ਸਾਰ ਹੈ ਖਾਲਸਾ ਜੀਓ। ਆਪਰ ਨ ਉੱਤਮ ਜਿਸ ਤੇ ਕੋਏ। ਇਸ ਤੋਂ ਉੱਤਮ ਹੋਰ ਕੋਈ ਵੀ ਨਹੀਂ ਹੈ ਖਾਲਸਾ ਜੀਓ। ਜਪਜੀ ਸਾਹਿਬ ਤਾਂ ਹੀ ਦੇਖੋ ਨਿਤਨੇ ਵੇਲੇ ਪਹਿਲਾਂ ਜਪਜੀ ਸਾਹਿਬ, ਅੰਮ੍ਰਿਤ ਛਕਾਣ ਵੇਲੇ ਪਹਿਲਾਂ ਜਪਜੀ ਸਾਹਿਬ, ਬੱਚੇ ਦਾ ਜਨਮ ਹੁੰਦਾ ਪਹਿਲਾਂ ਜਪਜੀ ਸਾਹਿਬ, ਕਿਸੇ ਦੀ ਮੌਤ ਹੁੰਦੀ, ਕਾਲ ਚਲਾਣਾ ਹੁੰਦਾ ਸੰਸਕਾਰ ਵੇਲੇ ਜਪਜੀ ਸਾਹਿਬ, ਹਰ ਕਾਰਜ ਵੇਲੇ ਜਪਜੀ ਸਾਹਿਬ ਦਾ ਪਾਠ ਖਾਲਸਾ ਜੀ। ਇਸ ਕਰਕੇ ਇਹੀ ਸ਼੍ਰੋਮਣੀ ਬਾਣੀ ਹੈ। ਹਰ ਸੁਖੇਨ ਹੀ ਪ੍ਰਾਪਤ ਹੋਏ। ਜਿਹੜਾ ਇਹਦਾ ਜਾਪ ਕਰੇਗਾ ਉਹ ਰੱਬ ਨੂੰ ਛੇਤੀ ਜਾਣ ਲਵੇਗਾ, ਉਹਨੂੰ ਸੁਖੈਨ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ। ਪ੍ਰਥਮ ਰਾਗ ਸ੍ਰੀ ਰਾਗ ਲਿਖਾਵਾ। ਇਸ ਤਰ੍ਹਾਂ ਮਹਾਰਾਜ ਜੀ ਨੇ 38 ਪੌੜੀਆਂ ਤੇ ਪਾਵਨ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਜਪਜੀ ਸਾਹਿਬ ਦੀ ਮਹਾਰਾਜ ਨੇ ਇੱਥੇ ਸਮਾਪਤੀ ਕੀਤੀ। ਉਪਰੰਤ ਸੋਦਰ ਰਾਗ ਆਸਾ ਮਹੱਲਾ ਪਹਿਲਾ ਸੋਦਰ, ਫਿਰ ਅੱਗੇ 4 ਸ਼ਬਦ ਹੋਰ ਬਿਆਨ ਕੀਤੇ। 5 ਸ਼ਬਦ ਕੁੱਲ ਹਨ, 9 ਸ਼ਬਦ ਨਹੀਂ ਹੈ। ਆਦਿ ਗ੍ਰੰਥ ਸਾਹਿਬ ਵਿੱਚ ਇਹ ਪਹਿਲਾਂ 5 ਸ਼ਬਦ ਆਉਂਦੇ ਹਨ ਸੋਦਰ ਦਾ, ਫਿਰ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ,
ਉਸ ਤੋਂ ਅਗਲਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ। ਗੂਜਰੀ ਮਹੱਲਾ ਚੌਥਾ, ਫਿਰ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਓ ਭਰਿਆ। ਇੱਥੇ ਤੱਕ ਇਹ 5 ਸ਼ਬਦ ਮਹਾਰਾਜ ਜੀ ਨੇ ਲਿਖਵਾ ਕੇ ਉਪਰੰਤ ਲਿਖਵਾਇਆ ਹੈ ਸੋਹਿਲਾ ਸਾਹਿਬ। ਤੇ 5 ਸ਼ਬਦ ਹਨ ਸੋਹਿਲੇ ਸਾਹਿਬ ਦੇ। ਇੱਕ ਪਹਿਲੇ ਪਾਤਸ਼ਾਹ ਦਾ ਜੈ ਘਰ ਕੀਰਤ ਆਖੀਐ, ਫਿਰ 6 ਘਰ 6 ਗੁਰ, ਫਿਰ ਗਗਨ ਮੈਂ ਥਾਲ, ਫਿਰ ਚੌਥੇ ਪਾਤਸ਼ਾਹ ਦਾ ਇਹ ਪੰਜਵੇਂ ਪਾਤਸ਼ਾਹ ਦਾ। ਇਹ 5 ਸ਼ਬਦ ਮਹਾਰਾਜ ਜੀ ਨੇ ਫਿਰ ਉਚਾਰਨ ਕਰਕੇ ਸੋਹਿਲੇ ਸਾਹਿਬ ਤੋਂ ਬਾਅਦ ਮਹਾਰਾਜ ਜੀ ਨੇ ਫਿਰ ਸ੍ਰੀ ਰਾਗ ਦੀ ਆਰੰਭਤਾ ਕੀਤੀ ਹੈ। ਘਰ ਅਨੇਕ ਮਹਿ ਜਾਏ ਜੋ ਗਾਵਾ। ਤੇ ਸ੍ਰੀ ਰਾਗ ਦੀ ਆਰੰਭਤਾ ਕਰਕੇ ਮਹਾਰਾਜ ਜੀ ਨੇ ਜਿਸ ਵਿੱਚ ਅਨੇਕ ਘਰ ਬਿਆਨ ਕੀਤੇ। ਘਰ ਪਹਿਲਾ, ਘਰ ਦੂਜਾ, ਘਰ ਤੀਜਾ, ਘਰ ਚੌਥਾ, 17 ਘਰ ਤੱਕ ਖਾਲਸਾ ਜੀਓ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਦਰਜ ਬਾਣੀ ਆਉਂਦੀ ਹੈ। 17 ਘਰਾਂ ਵਿੱਚ 17ਵਾਂ ਘਰ ਆਸਾ ਰਾਗ ਵਿੱਚ ਹੈ ਖਾਲਸਾ ਜੀ। ਇਸ ਕਰਕੇ ਸਾਰੀ ਬਾਣੀ ਰਾਗਾਂ ਵਿੱਚ ਹੈ। ਪਹਿਲਾਂ ਸ੍ਰੀ ਰਾਗ, ਗੌੜੀ ਰਾਗ, ਅਗਾ ਤੁਰੀ ਜਾਓ ਸ੍ਰੀ ਮਾਝ ਗੌੜੀ ਆਸਾ ਆਦਿਕ ਇਹ ਤੁਰੀ ਜਾਓ। ਤੇ ਹਰ ਰਾਗ ਵਿੱਚ ਨਾਲ ਘਰ ਪਹਿਲਾ, ਘਰ ਦੂਜਾ, ਘਰ ਤੀਜਾ, ਘਰ ਚੌਥਾ, ਘਰ ਪੰਜਵਾਂ ਇਹ ਨਾਲ ਨਾਲ ਬਿਆਨ ਕੀਤਾ ਹੈ। ਕਿਤਕ ਲਿਖੇ ਜਬ ਬੂਝਤ ਭੈ। ਜਦੋਂ ਮਹਾਰਾਜ ਜੀ ਇਹ ਬਾਣੀ ਲਿਖਵਾਈ ਜਾ ਰਹੇ ਨਾਲ ਨਾਲ, ਤੇ ਭਾਈ ਸਾਹਿਬ ਜੀ ਉਹਦਾ ਨਾਲ ਨਾਲ ਦੇਖੀ ਜਾ ਰਹੇ ਵੀ ਇਹ ਬਾਣੀ ਇੱਥੇ ਹੈ, ਤੇ ਮਹਾਰਾਜ ਲਿਖਵਾ ਰਹੇ ਹਨ, ਨਾਲ ਭਾਈ ਸਾਹਿਬ ਜੀ ਲਿਖ ਰਹੇ ਹਨ। ਕਹੋ ਗੁਰਦਾਸ ਜਾਨ ਪੀ ਲੈ। ਸਤਿਗੁਰ ਨੇ ਪੁੱਛਿਆ ਭਾਈ ਸਾਹਿਬ ਜੀ ਕਿਤਨੇ ਸ਼ਬਦ ਲਿਖ ਲਏ ਹਨ ਤੁਸੀਂ ਜਾਣ ਲਿਆ? ਇਹ ਕਿਤੇ ਸ਼ਬਦ ਆ ਰਹੇ ਹਨ? ਕਿਹੜਾ ਮਹੱਲਾ ਆ ਰਿਹਾ ਹੈ? ਹੁਣ ਜਾਣ ਗਿਓ ਕਿ ਨਹੀਂ ਜਾਣਿਆ ਹੈ? ਹਾਥ ਜੋੜ ਕੇ ਬਾਕ ਬਖਾਨੇ। ਤੇ ਭਾਈ ਸਾਹਿਬ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ। ਰਾਵਰ ਕੇ ਕਰਨਾ ਤੇ ਜਾਣਿਓ। हे ਮਹਾਰਾਜ ਤੁਹਾਡੀ ਕਿਰਪਾ ਨਾਲ ਮੈਂ ਸਭ ਕੀ ਜਾਣ ਗਿਆ ਹਾਂ। ਪਤ ਕੋ ਬਚ ਬਹੁ ਨਰ ਨ ਮਝਾਰੇ। ਜਿਵੇਂ ਸਤਿਗੁਰ ਮਹਾਰਾਜ ਕੋਈ ਇਸਤਰੀ ਘਰ ਤੋਂ ਬਾਹਰ ਹੋਵੇ, ਓਲੇ ਵਿੱਚ ਹੋਵੇ ਜਾਂ ਕਿਸੇ ਪਰਦੇ 'ਚ ਹੋਵੇ, ਤੇ ਬਹੁਤ ਬੰਦੇ ਹੋਣ, ਜਿਵੇਂ ਦਰਬਾਰ ਸਾਹਿਬ ਹੀ ਹੈ, ਦਰਬਾਰ ਸਾਹਿਬ ਵਿੱਚ ਅਨੇਕਾਂ ਰੱਬ ਦੇ ਪਿਆਰੇ ਹੋਣ, ਤੇ ਬਾਹਰ ਸਾਰੇ ਪਾਸੇ ਕੁੰਡੇ ਲੱਗੇ ਹੋਣ, ਦਰਵਾਜ਼ੇ ਲੱਗੇ ਹੋਣ, ਤੇ ਕੋਈ ਪਤਨੀ ਓਲੇ ਵਿੱਚ ਹੋਵੇ ਤੇ ਉਹ ਕੀ ਜਾਣਦੀ ਹੈ? ਏਤ ਪਛਾਨ ਦੁਰੇ ਜਿਮ ਨਾਰੇ। ਦੁਰੀ ਜਿਮ ਨਾਰੀ। ਜਿਵੇਂ ਕੋਈ ਇਸਤਰੀ ਲੁਕੀ ਹੋਵੇ, ਦੁਰੀ ਹੋਵੇ, ਛਿਪੀ ਹੋਵੇ, ਉਹ ਪਤੀ ਦੀ ਆਵਾਜ਼ ਪਛਾਣ ਲੈਂਦੀ ਕਿ ਇਹ ਆਵਾਜ਼ ਮੇਰੇ ਪਤੀ ਦੀ ਆ ਰਹੀ ਹੈ। ਭਾਵੇਂ ਬੰਦੇ 50 ਹੋਣ, 100 ਹੋਣ, 500 ਹੋਣ, ਪਰ ਜਿਹੜੀ ਅਸਲ ਸੁਹਾਗਣ ਪਤਨੀ ਹੈ ਨਾ, ਸੁਹਾਗਣ ਕਹਿੰਦੇ ਗੁਰਮੁਖ ਪਤਨੀ, ਜੋ ਸੁਹਾਗਣ ਹੈ ਤੇ ਪਛਾਣ ਲੈਂਦੀ ਹੈ ਕਿ ਇਹ ਆਵਾਜ਼ ਮੇਰੇ ਪਤੀ ਦੀ ਆ ਰਹੀ ਹੈ। ਇਸੇ ਤਰ੍ਹਾਂ ਮਹਾਰਾਜ ਜੀ ਤੇਮ ਪੋਥੇ ਪਰਤੇ ਗੁਰ ਬੈਨ। ਇਸੇ ਤਰ੍ਹਾਂ ਮਹਾਰਾਜ ਇਹਨਾਂ ਪੋਥੀਆਂ ਚੋਂ ਜੋ ਗੁਰੂ ਦੀ ਬਾਣੀ ਹੈ, ਲਿਖੇ ਪਛਾਨ ਚਤੁਰ ਗੁਰ ਜੈਨ। ਜਿਵੇਂ ਜਿਵੇਂ 4 ਗੁਰੂ ਸਾਹਿਬਾਨ ਨੇ ਜਿੱਥੇ ਜਿੱਥੇ ਜੋ ਬਾਣੀ ਉਚਾਰਨ ਕੀਤੀ ਉਤੇ ਮਹੱਲਾ ਸ਼ਬਦ ਨਹੀਂ ਸੀ। ਕੱਲ ਵੀ ਸੁਣਿਆ ਸੀ ਆਪ ਜੀ ਨੇ, ਇਹਨਾਂ ਪੋਥੀਆਂ 'ਚ ਮਹੱਲਾ ਸ਼ਬਦ ਨਹੀਂ ਆਇਆ ਖਾਲਸਾ ਜੀ। ਜਿਹੜੀ 4 ਪੋਥੀਆਂ ਆਈਆਂ ਸੀ ਨਾ, ਬਾਬਾ ਮੋਹਨ ਜੀ ਤੋਂ ਲੈ ਕੇ ਆਏ ਸੀ ਗੁਰੂ ਅਰਜਨ ਦੇਵ ਮਹਾਰਾਜ, ਉਥੇ ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ ਇਹ ਮਹੱਲਾ ਸ਼ਬਦ ਨਹੀਂ ਸੀ। ਤੇ ਭਾਈ ਸਾਹਿਬ ਤਾਂ ਹੀ ਬਿਆਨ ਕਰਦੇ ਕਿ ਮਹਾਰਾਜ ਇਸੇ ਤਰ੍ਹਾਂ ਤੁਹਾਡੀ ਬਖਸ਼ਿਸ਼ ਨਾਲ 4 ਗੁਰੂ ਸਾਹਿਬਾਨ ਦੀ ਵੱਖ-ਵੱਖ ਬਾਣੀ ਇਹ ਦਾਸ ਪਛਾਣ ਗਿਆ ਹੈ। ਆਪਰਨ ਕੇ ਜੋ ਸ਼ਬਦ ਬਣਾਏ। ਤੇ ਮਹਾਰਾਜ ਜਿਹੜੇ ਇਹਨਾਂ ਗੁਰੂ ਸਾਹਿਬਾਨ ਦੇ ਸ਼ਬਦ ਬਣਾਏ ਗਏ ਹਨ, ਪਰਖ ਪਰਖ ਕਰ ਸਰਬ ਹਟਾਏ। ਮਹਾਰਾਜ ਨੇ ਸਾਰੇ ਪਰਖ ਕਰ ਲਏ ਹਨ। ਤੇ ਖਾਲਸਾ ਜੀ ਉਹਨਾਂ ਵਿੱਚ ਕਈ ਭਗਤਾਂ ਦੇ ਸ਼ਬਦ ਵੀ ਸਨ। ਗੁਰੂ ਨਾਨਕ ਮਹਾਰਾਜ ਜਿੱਥੇ ਜਿੱਥੇ ਗਏ, ਆਸਾ ਹੱਥ, ਕਿਤਾਬ ਕਸ਼, ਕਿਤਾਬ ਕਹਿੰਦੇ ਪੋਥੀ ਸਾਹਿਬ, ਤੇ ਮਹਾਰਾਜ ਜੀ ਕੋਲ ਪੋਥੀ ਸਾਹਿਬ ਵੀ ਸੀ। ਮਹਾਰਾਜ ਬਾਬਾ ਫਰੀਦ ਦੇ ਇਲਾਕੇ ਵਿੱਚ ਗਏ,
ਉਥੋਂ ਉਹਨਾਂ ਦੇ ਜਿਹੜੇ ਜਾਨਸ਼ੀਨ ਸਨ, ਗੱਦੀ ਨਸ਼ੀਨ ਜਾਨਸ਼ੀਨ, ਉਹਨਾਂ ਤੋਂ ਮਹਾਰਾਜ ਬਾਣੀ ਲੈ ਕੇ ਆਏ। ਉਹਦਾ ਉਤਾਰਾ ਮਹਾਰਾਜ ਨੇ ਉਹਨਾਂ ਪੋਥੀਆਂ 'ਚ ਕਰ ਲਿਆ ਖਾਲਸਾ ਜੀ। ਇਸ ਤਰ੍ਹਾਂ ਮਹਾਰਾਜ ਜਿੱਥੇ ਜਿੱਥੇ ਗਏ, ਜਿਹੜੇ ਜਿਹੜੇ ਭਗਤ ਮਿਲਦੇ ਰਹੇ, ਉਹਨਾਂ ਦੇ ਜਾਨਸ਼ੀਨ ਮਿਲਦੇ ਰਹੇ, ਉਹਨਾਂ ਦੇ ਅੱਗੇ ਚੇਲੇ ਮਿਲਦੇ ਰਹੇ, ਮਹਾਰਾਜ ਉਹਨਾਂ ਤੋਂ ਬਾਣੀ ਲੈਂਦੇ ਰਹੇ। ਤੇ ਮਹਾਰਾਜ ਜੀ ਨੂੰ ਇਹੀ ਬਿਆਨ ਕਰਦੇ ਭਾਈ ਗੁਰਦਾਸ ਜੀ ਕਿ ਸਤਿਗੁਰੂ ਜੀ ਤੁਹਾਡੀ ਕਿਰਪਾ ਨਾਲ ਮੈਂ ਪਛਾਣ ਗਿਆ ਹਾਂ ਕਿ ਇਹ ਮਹੱਲੇ ਪਹਿਲੇ ਦੀ ਬਾਣੀ ਹੈ, ਇਹ ਮਹੱਲੇ ਦੂਜੇ ਦੀ ਬਾਣੀ ਹੈ, ਇਹ ਮਹੱਲੇ ਤੀਜੇ ਕੀ ਬਾਣੀ ਹੈ, ਇਹ ਮਹੱਲੇ ਚੌਥੇ ਕੀ ਬਾਣੀ ਹੈ, ਤੇ ਇਹ ਭਗਤਾ ਕੀ ਬਾਣੀ ਹੈ, ਇਹ ਫਲਾਣੇ ਗੁਰਸਿੱਖ ਦੀ ਬਾਣੀ ਹੈ। ਹੈ ਇਮ ਗਇਓ ਇਕਾਕੇ ਭੈ। ਇਸ ਤਰ੍ਹਾਂ ਭਾਈ ਗੁਰਦਾਸ ਜੀ ਇਹ ਬੇਨਤੀ ਕਹਿ ਕੇ ਥੋੜੇ ਬਾਹਰ ਚਲੇ ਗਏ ਤੇ ਗੁਰੂ ਅਰਜਨ ਦੇਵ ਮਹਾਰਾਜ ਇਕੱਲੇ ਹੀ ਆਪਣੇ ਆਸਨ ਤੇ ਬੈਠੇ ਹਨ। ਭਗਤ ਜੋ ਆਨ ਦਿਖਾਏ ਦੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਭਾਈ ਸਾਹਿਬ ਚਲੇ ਗਏ ਨਾ ਤੇ 15 ਭਗਤ ਸੂਖਮ ਰੂਪ ਵਾਲੇ ਖਾਲਸਾ ਸਾਹਮਣੇ ਆ ਗਏ। ਇੱਥੇ ਕਈ ਕਿੰਤੂ ਵੀ ਕਰਦੇ ਜੀ ਕਿ ਭਗਤ ਤਾਂ ਚਲੇ ਗਏ ਸੀ ਸਰੀਰ ਕਰਕੇ, ਉਹ ਦੁਬਾਰਾ ਵੀ ਆ ਗਏ। ਭਗਤ ਕਦੀ ਨਹੀਂ ਮਰਦੇ ਖਾਲਸਾ ਜੀ, ਰੱਬ ਦੇ ਪਿਆਰੇ ਕਦੀ ਨਹੀਂ ਮਰਦੇ। ਉਹਨਾਂ ਦੀ ਮਰਜ਼ੀ ਹੈ, ਜਦੋਂ ਮਰਜ਼ੀ ਆਣ ਚਲੇ ਜਾਣ ਖਾਲਸਾ ਜੀ। ਸੂਖਮ ਰੂਪ ਵਿੱਚ ਹਰ ਥਾਂ ਹਰ ਵੇਲੇ ਰਹਿੰਦੇ ਹਨ। ਵਿਦਵਾਨ ਇਹ ਵੀ ਕਹਿੰਦੇ ਮਹਾਂਪੁਰਸ਼ ਕਿ ਦਰਬਾਰ ਸਾਹਿਬ ਜਿੱਥੇ ਗੁਰੂ ਦੀ ਕਥਾ ਹੁੰਦੀ ਹੈ ਨਾ, ਕੀਰਤਨ ਹੁੰਦਾ ਹੈ, ਗੁਰਬਾਣੀ ਦਾ ਜਾਪ ਹੁੰਦਾ ਹੈ, ਪ੍ਰਕਾਸ਼ ਹੁੰਦਾ ਹੈ, ਉੱਥੇ ਸੰਤ ਮਹਾਤਮਾ ਸ਼ਹੀਦ ਸਿੰਘ ਹਰ ਵੇਲੇ ਰਹਿੰਦੇ ਹਨ। ਤੁਸੀਂ ਨਾ ਬੈਠੇ ਹੋ, ਕਥਾ ਤੇ ਫਿਰ ਵੀ ਹੋਣੀ ਹੈ ਨਾ। ਉਹ ਕਥਾ ਕੌਣ ਸੁਣੇਗਾ? ਸ਼ਹੀਦ ਸਿੰਘ ਸੁਣਨਗੇ, ਸੰਤ ਮਹਾਤਮਾ ਸੁਣਨਗੇ। ਇਸ ਕਰਕੇ ਕਥਾ ਕਰਨ ਵਾਲਾ ਕਿਸੇ ਬੰਦੇ ਨੂੰ ਨਾ ਸੰਬੋਧਿਤ ਕਰੇ, ਕੇਵਲ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੇ, ਮਹਾਰਾਜ ਸ਼ਹੀਦ ਸਿੰਘੋ ਤੁਸੀਂ ਕਿਰਪਾ ਕਰੋ, ਸੰਤ ਮਹਾਂਪੁਰਸ਼ੋ ਤੁਸੀਂ ਕਿਰਪਾ ਕਰੋ। ਇਹ ਸਾਰੀ ਸੰਗਤ ਸੰਤ ਰੂਪ ਹੈ ਖਾਲਸਾ ਜੀਓ, ਸਾਰੀ ਸੰਗਤ ਭਗਤ ਰੂਪ ਹੈ। ਭਗਤ ਤੁਹਾਡੇ ਵਿੱਚ ਹੀ ਹੁੰਦੇ ਆ, ਹੋਰ ਕਿੰਨਾ ਵਿੱਚ ਆਣਗੇ? ਸਾਰੇ ਭਗਤ ਗੁਰਸਿੱਖਾਂ ਵਿੱਚ ਹੀ ਹਨ। ਸੇ ਭਗਤ ਸਤਿਗੁਰ ਮਨ ਭਾਏ, ਉਹ ਭਗਤ ਹੁੰਦੇ ਜਿਹੜੇ ਗੁਰੂ ਦੇ ਮਨ ਨੂੰ ਭਾ ਜਾਣ। ਤੇ ਐਸੇ 15 ਭਗਤ ਸੂਖਮ ਰੂਪ ਵਿੱਚ ਮਹਾਰਾਜ ਜੀ ਦੇ ਸਾਹਮਣੇ ਆਏ ਹਨ। ਜਿਨ ਦੇਖਣ ਤੇ ਹੋਤ ਉਧਾਰਾ। ਉਹਨਾਂ ਨੂੰ ਹੋਰ ਕੋਈ ਨਹੀਂ ਵੇਖ ਸਕਦਾ, ਤਾਂ ਹੀ ਭਾਈ ਸਾਹਿਬ ਬਾਹਰ ਚਲੇ ਗਏ, ਤਾਂ ਉਹ ਆਏ। ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਖਾਲਸਾ ਜੀਓ ਮਨੁੱਖ ਦਾ ਬੇੜਾ ਪਾਰ ਹੁੰਦਾ ਹੈ। ਸਤਿਗੁਰ ਦੀਨਨ ਕਰ ਪ੍ਰਤਪਾਰਾ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੋ ਦੀਨਾਂ ਦੀ ਪ੍ਰਤਪਾਲਨਾ ਕਰਨ ਵਾਲੇ ਹਨ। ਵਾਦ ਅਰਬਿੰਦ ਬੰਦਨ ਕੀਨਸ। ਉਹਨਾਂ ਸਾਰੇ ਭਗਤਾਂ ਨੇ ਆ ਕੇ ਗੁਰੂ ਚਰਨਾਂ ਦੇ ਚਰਨ ਕਮਲਾਂ ਉੱਤੇ, ਪਦ ਅਰਬਿੰਦ, ਅਰਬਿੰਦ ਕਹਿੰਦੇ ਕਮਲ, ਗੁਰੂ ਚਰਨ ਕਮਲਾਂ ਉੱਤੇ ਆ ਕੇ ਮੱਥਾ ਟੇਕਿਆ ਹੈ। ਪਰਸ ਬਲੋਕ ਪ੍ਰੇਮ ਚਿਤ ਪੀਨਸ। ਪ੍ਰੇਮ ਵਿੱਚ ਲੀਨ ਹੋ ਕੇ ਆਪਣੇ ਚਿੱਤ ਨੂੰ ਭਿੱਜ ਕੇ ਖਾਲਸਾ ਜੀ ਉਹਨਾਂ ਭਗਤਾਂ ਨੇ ਦਰਸ਼ਨ ਕੀਤੇ ਹਨ ਗੁਰੂ ਸਾਹਿਬ ਜੀ ਦੇ। ਸਭ ਠੰਡੇ ਹੋਏ ਸਤਤ ਉਚਾਰੇ। ਤੇ ਸਭਨਾਂ ਨੇ ਖੜੇ ਹੋ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਮਹਾਰਾਜ ਜੀ ਦੀ ਵਡਿਆਈ ਕੀਤੀ ਹੈ। ਆਰ ਬ੍ਰਹਮ ਤੁਮ ਨਰ ਤਨ ਤਾਰੇ। ਇਹ ਸਤਿਗੁਰ ਜੀ ਤੁਸੀਂ ਪਾਰ ਬ੍ਰਹਮ ਪਰਮੇਸ਼ਰ ਹੋ, ਮਨੁੱਖਾ ਸਰੀਰ ਧਾਰ ਕੇ ਆਏ ਹੋ। ਹੋਰ ਜਾਨ ਕਲ ਯੁਗ ਕੋ ਕਾਲਾ। ਸਤਿਗੁਰ ਜੀ ਸਮਾਂ ਕਲਯੁਗ ਦਾ ਬੜਾ ਭਿਆਨਕ ਹੈ। ਆਪ ਅਵਤਰੇ ਪ੍ਰਭੂ ਕਿਰਪਾਲਾ। ਤੁਸੀਂ ਆਪ ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ। ਆਪ ਮਹਾਰਾਜ ਪ੍ਰਭੂ ਬਣ ਕੇ ਧਰਤੀ ਤੇ ਆਏ ਹੋ, ਮਨੁੱਖਾ ਸਰੀਰ ਧਾਰ ਕੇ ਆਏ ਹੋ ਸਤਿਗੁਰ ਜੀ। ਭਗਤ ਵਛਲ ਬਸ ਪ੍ਰੇਮ ਗੋਸਾਈ। ਪਰ ਹੈ ਗੁਸਾਈ ਤੁਸੀਂ ਭਗਤਾਂ ਦੇ ਪਿਆਰੇ ਹੋ, ਭਗਤਾਂ ਦੇ ਵਸ ਰਹਿੰਦੇ ਹੋ। ਸ੍ਰੀ ਅਰਜਨ ਪੰਚਮ ਤਨ ਪਾਏ। ਤੁਸੀਂ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪੰਜਵਾਂ ਸਰੀਰ ਧਾਰ ਕੇ ਆਏ ਹੋ। ਭੁਜੰਗ ਛੰਦ
ਮਹਾਰਾਜ ਰਜਾਨ ਰਾਜਾ ਬਰਾਜੋ ਇਹ ਸਤਿਗੁਰ ਤੁਸੀਂ ਰਾਜਿਆਂ ਦੇ ਰਾਜੇ ਹੋ, ਮਹਾਰਾਜੇ ਹੋ, ਇਤਨੇ ਵੱਡੇ ਰਾਜੇ ਹੋ ਮਹਾਰਾਜ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ, ਤੁਸੀਂ ਐਸੇ ਮਹਾਰਾਜ ਰਾਜਿਆਂ ਦੇ ਰਾਜੇ ਹੋ। ਸਭੈ ਲੋਕ ਜਾਚੈ ਸੋ ਦਾਤਾ ਸਮਾਜੋ ਸਭੈ ਲੋਕ ਜਾਚੈ ਸੋ ਦਾਤਾ ਸਮਾਜੂ। ਇਹਦੀ ਚਾਲ ਇਸ ਤਰ੍ਹਾਂ ਦੁਬਾਰਾ ਪੜੋ ਜੀ। ਸਭੈ ਲੋਕ ਜਾਚੈ ਸੋ ਦਾਤਾ ਸਮਾਜੋ ਇਹ ਮਹਾਰਾਜ ਆਪ ਜੀ ਤੋਂ ਸਭ ਮੰਗਦੇ ਹਨ, ਤੁਸੀਂ ਸਾਰਿਆਂ ਦੇ ਦਾਤੇ ਹੋ ਸਤਿਗੁਰ ਜੀ। ਕਲੀ ਕਾਲ ਮੈਂ ਨਾਮ ਕੋ ਦਾਨ ਦੈ ਹੋ ਤੁਸੀਂ ਮਹਾਰਾਜ ਇਸ ਕਲਯੁਗ ਵਿੱਚ ਹਰ ਗੁਰਸਿੱਖ ਨੂੰ, ਹਰ ਪਿਆਰੇ ਨੂੰ ਮਹਾਰਾਜ ਨਾਮ ਦਾ ਦਾਨ ਦੇਣ ਵਾਲੇ ਹੋ। ਅਨੇਕਾਂ ਦਾਸਾਨ ਕੋ ਤਾਰ ਲੈ ਹੋ ਤੇ ਤੁਹਾਡੇ ਨਾਮ ਕਰਕੇ ਮਹਾਰਾਜ ਅਨੇਕ ਗੁਰੂ ਦੇ ਪਿਆਰਿਆਂ ਦਾ ਬੇੜਾ ਪਾਰ ਹੋਇਆ ਹੈ, ਉਹ ਤੁਸੀਂ ਤਾਰਨ ਵਾਲੇ ਹੋ। ਮਹਾ ਸਿੰਧ ਬੰਨੇ ਦਜੈ ਮੂੜ ਮਾਨੇ ਤੇ ਸਤਿਗੁਰ ਜੀ ਇੱਥੇ ਤਾਂ ਕਈ ਬੰਦੇ ਡੁੱਬ ਰਹੇ ਹਨ ਅਗਨ ਸਾਗਰ ਵਿੱਚ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦੱਜਹਿ ਨਾਨਕਾ ਤਰੀਐ ਕਰਮੀ ਲੱਗ। ਮਹਾਰਾਜ ਸਭ ਡੁੱਬ ਰਹੇ ਹਨ, ਕਦੀ ਕ੍ਰੋਧ ਦੀ ਅਗਨੀ, ਈਰਖਾ ਦੀ ਅਗਨੀ, ਲੋਭ ਦੀ ਅਗਨੀ ਮਹਾਰਾਜ ਇਹਨਾਂ ਸਭ ਸੜ ਰਹੇ ਹਨ। ਤੂਹੀ ਏਕ ਰਾਖਾ ਕਿਰਪਾ ਜਾਹਿ ਠਾਨੇ ਜਿਸ ਤੇ ਮਹਾਰਾਜ ਆਪ ਜੀ ਕਿਰਪਾ ਕਰ ਦਿੰਦੇ ਹੋ, ਤੁਸੀਂ ਰਾਖੇ ਬਣਦੇ ਹੋ ਉਹਨਾਂ ਦੇ। ਪਥਮ ਸੁਖੇ ਨੰ ਦਿਖਾਵੋ ਸੰਦੋਹਾ ਤੇ ਤੁਸੀਂ ਮਹਾਰਾਜ ਉਹਨਾਂ ਸਭਨਾਂ ਨੂੰ ਸੁਖੈਨ ਰਸਤਾ ਵਿਖਾ ਕੇ ਵੀ ਅਸਲ ਰਸਤਾ ਇਹ ਹੈ ਭਾਈ, ਜਿਹਨੇ ਤਰਨਾ ਹੈ ਸੰਸਾਰ ਸਾਗਰ ਤੋਂ, ਉਹ ਜਪੇ ਵਾਹਿਗੁਰੂ, ਉਹਦਾ ਬੇੜਾ ਪਾਰ ਸੁਖੈਨ ਹੋ ਜਾਵੇਗਾ। ਕਾਰੰ ਬਦਾਰੋ ਜਪੇ ਨਾ ਸਮੋਹਾ ਤੇ ਮਹਾਰਾਜ ਤੁਸੀਂ ਤਾਂ ਸਾਰੇ ਵਿਕਾਰਾਂ ਨੂੰ ਨਾਸ਼ ਕਰਨ ਵਾਲੇ ਹੋ। ਤੂਹੀ ਬ੍ਰਹਮ ਗਿਆਨੀ ਬ੍ਰਹਮੰ ਰੂਪ ਤੇਰੋ ਤੁਸੀਂ ਆਪ ਹੀ ਮਹਾਰਾਜ ਬ੍ਰਹਮ ਗਿਆਨੀ ਬਣੇ ਹੋਏ ਹੋ, ਤੇ ਬ੍ਰਹਮ ਰੂਪ ਤੁਹਾਡਾ ਹੀ ਹੈ ਮਹਾਰਾਜ। ਦੇਖੋ ਦੋਵੇਂ ਓਤ ਪੋਤ ਹੋ, ਤੁਸੀਂ ਪ੍ਰਮਾਤਮਾ ਹੋ ਤੇ ਆਪ ਹੀ ਮਹਾਰਾਜ ਬ੍ਰਹਮ ਗਿਆਨੀ ਬਣੇ ਹੋਏ ਬ੍ਰਹਮ ਗਿਆਨੀ, ਆਪ ਪਰਮੇਸ਼ਰ ਇੱਕੋ ਹੀ ਰੂਪ ਹੋ। ਤੂਹੀ ਏਕ ਈਸੰ ਸਭੈ ਲੋਕ ਚੇਰੋ ਤੁਸੀਂ ਮਹਾਰਾਜ ਇੱਕੋ ਹੀ ਸਭਨਾ ਦੇ ਮਾਲਕ ਹੋ, ਈਸ਼ਰ ਸਰੂਪ ਹੋ, ਸਾਰੀ ਦੁਨੀਆ ਆਪ ਜੀ ਦੀ ਦਾਸੀ ਹੈ। ਤੂਹੀ ਏਕ ਰੂਪੰ ਤੂਹੀ ਰੂਪ ਨਾਨਾ ਤੇ ਮਹਾਰਾਜ ਤੁਸੀਂ ਇੱਕ ਰੂਪ ਵਿੱਚ ਇੱਕ ਬਣੇ ਹੋਏ ਹੋ, ਤੇ ਕਦੀ ਮਹਾਰਾਜ ਨਾਨਾ ਬਣੇ ਹੋਏ ਹੋ। ਕਤਹੁ ਸੁਚੇਤ ਹੋਏ ਕੈ ਚੇਤਨਾ ਕੁਚਾਰ ਕੀਓ, ਕਤਹੁ ਅਚਿੰਤ ਹੋਏ ਕੈ ਸੋਬਤ ਅਚੇਤ ਹੋ, ਕਤਹੁ ਭਿਖਾਰੀ ਹੋਏ ਕੈ ਮੰਗਤ ਅਨੰਤ ਦਾਨ। ਕਦੀ ਮਹਾਰਾਜ ਆਪ ਭਿਖਾਰੀ ਹੋ ਕੇ ਮੰਗਦੇ ਹੋ, ਤੇ ਕਦੀ ਮਹਾਰਾਜ ਰਾਜੇ ਬਣ ਕੇ ਸਭ ਨੂੰ ਦਾਨ ਦੇ ਰਹੇ ਹੋ, ਇਹ ਤੁਹਾਡਾ ਹੀ ਰੂਪ ਹੈ। ਤੂਹੀ ਜੀਵ ਕਾ ਦੇ ਕਰੈ ਜੀਵ ਖਾਨਾ ਤੁਸੀਂ ਮਹਾਰਾਜ ਸਭਨਾਂ ਨੂੰ ਜੀਵਕਾ ਰੋਜੀ ਰੋਟੀ ਦੇ ਕੇ ਸਭ ਦੀ ਪਰਵਰਿਸ਼ ਕਰਦੇ ਹੋ। ਕਰੀ ਸੇਵ ਹੇਰੋ ਕਰਾਮਾਤ ਦਾਨੇ ਤੇ ਮਹਾਰਾਜ ਤੁਸੀਂ ਕਰਾਮਾਤ ਦਾਨੀ ਵੀ ਹੋ, ਸਭਨਾਂ ਦੀ ਸੇਵਾ ਵੇਖ ਕੇ ਸਭ ਨੂੰ ਦਾਨ ਦੇਣ ਵਾਲੇ ਹੋ। ਨਗੰ ਸਰਬਗੰ ਕਰਤਗੰ ਪ੍ਰਮਾਨੇ ਤੇ ਮਹਾਰਾਜ ਆਪ ਜੀ ਗੁਣਾ ਦੇ ਗਿਆਤੇ ਹੋ, ਕਰਤਗਯੰ ਕਿਸੇ ਦੇ ਕੀਤੇ ਕਾਰਜ ਨੂੰ ਆਪ ਜੀ ਸਫਲਾ ਕਰਨ ਵਾਲੇ ਹੋ। ਤੁਸੀਂ ਐਤੇ ਵੱਡੇ ਪ੍ਰਮਾਤਮਾ ਹੋ। ਮਾਨੰ ਸਮਾਨੰ ਸਮਾਨੰ ਬਿਰਤੇ ਤੇ ਹੈ ਮਹਾਰਾਜ ਤੁਹਾਡੀ ਬਿਰਤੀ ਕੀ ਹੈ? ਮਾਨ ਅਪਮਾਨ ਵਿੱਚ ਸਮਾਨ ਰਹਿਣਾ, ਮਾਨ ਵਿੱਚ ਤੇ ਅਪਮਾਨ ਵਿੱਚ ਇੱਕ ਸਮਾਨ ਰਹਿਣਾ। ਕੋਈ ਦੋ ਚਾਰ ਗਾਲਾਂ ਕੱਢ ਜਾਵੇ ਤਾਂ ਵੀ ਮਹਾਰਾਜ ਕਹਿੰਦੇ ਚਲ ਕੋਈ ਗੱਲ ਨਹੀਂ, ਤੇਰਾ ਭਲਾ ਹੋਵੇ। ਤੇ ਕੋਈ ਕਹਿ ਜਾਵੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਾ ਤੇਰਾ ਵੀ ਭਲਾ ਹੋਵੇ। ਐਸੀ ਬਿਰਤੀ ਹੈ ਮਹਾਰਾਜ, ਤੁਸੀਂ ਮਾਨ ਅਪਮਾਨ ਵਿੱਚ ਸਮਾਨ ਬਿਰਤੀ ਵਾਲੇ ਹੋ। ਉਦਾਰੰ ਅਪਾਰੰ ਨ ਕੈਸੇ ਮਿਤੇ ਤੇ ਹੈ ਮਹਾਰਾਜ ਤੁਹਾਡੀ ਮਿਤ ਮਰਿਆਦਾ ਕੋਈ ਨਹੀਂ ਤੋਲ ਸਕਦਾ। ਤੁਸੀਂ ਇਤਨੇ ਵੱਡੇ ਉਦਾਰ ਕਿਰਪਾਲੂ ਹੋ। ਤੂਹੀ ਦੀਨ ਬੰਧੂ ਦਇਆਵਾਨ ਦਾਤਾ ਤੁਸੀਂ ਦੀਨਾ ਦੇ ਬੰਧੂ ਹੋ, ਦਇਆ ਕਰਨ ਵਾਲੇ ਦਾਤੇ ਹੋ। ਐ ਬੰਸ ਭੇਦੇਨ ਵਿਚੈ ਬਖਿਆਤਾ ਤੁਸੀਂ ਆਪ ਹੀ ਗੁਰੂ ਨਾਨਕ ਮਹਾਰਾਜ ਦੇ ਰੂਪ ਵਿੱਚ ਤਿੰਨ ਬੇਦੀਨ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ,
सब सिखन को सुख दे जह तह भय सहाय। आप ही महाराज ਤੁਸੀਂ ਬੇਦੀ ਬਣ ਕੇ ਆਏ ਸੀ। ਉਨੰ ਅੰਗਦੰ ਰੂਪ ਹੋਏ ਗੁਸਾਏ। ਫਿਰ ਆਪ ਹੀ ਸਤਿਗੁਰ ਤੁਸੀਂ ਗੁਰੂ ਅੰਗਦ ਦੇ ਮਹਾਰਾਜ ਜੀ ਬਣ ਕੇ ਆਏ ਸੀ। ਬੇਤਾ ਮੋਹਰੇ ਕੇ ਤ੍ਰਿਤਿ ਦੇਹ ਗਾਏ। ਤੇ ਤੁਹਾਡਾ ਤੀਜਾ ਸਰੀਰ ਕਿਹੜਾ ਹੈ ਮਹਾਰਾਜ? ਮੋਹਰੀ ਜੀ ਦੇ ਪਿਤਾ ਬਣ ਕੇ ਗੁਰੂ ਅਮਰਦਾਸ ਬਣ ਕੇ ਆਪ ਜੀ ਆਏ ਸੀ। ਗੁਰੂ ਰਾਮਦਾਸੰ ਪ੍ਰਕਾਸ਼ੇ ਬਹੋਰੇ। ਚੌਥੇ ਪਾਤਸ਼ਾਹ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਉਹ ਆਪ ਹੀ ਪ੍ਰਕਾਸ਼ ਕਰਨ ਵਾਲੇ ਹੋ। ਭੈ ਪੰਚਮੇ ਆਪ ਰੂਪੰ ਬਹੋਰੇ। ਤੇ ਹੁਣ ਮਹਾਰਾਜ ਆਪ ਜੀ ਪੰਜਵਾਂ ਸਰੀਰ ਧਾਰ ਕੇ ਆਏ ਹੋ। ਸਦਾ ਸ਼ਾਂਤ ਚਿਤੰ ਛਿਮਾਵੰਤ ਧੀਰੰ। ਤੇ ਆਪ ਜੀ ਦਾ ਚਿੱਤ ਮਹਾਰਾਜ ਸ਼ਾਂਤ ਹੈ ਹਮੇਸ਼ਾ। ਤੁਸੀਂ ਸ਼ਾਂਤ ਰਹਿਣ ਵਾਲੇ ਹੋ। ਤੁਹਾਡਾ ਚਿੱਤ ਬੜਾ ਗੰਭੀਰ ਹੈ। ਤੁਸੀਂ ਸਹਿਜ ਬਿਰਤੀ ਵਾਲੇ ਹੋ। ਰਸੰ ਏਕ ਬਿਰਤੇ ਅਭੈਰੰ ਅਪੀਰੰ। ਅਵੈਰੰ ਅਪੀਰੰ ਤੁਸੀਂ ਨਿਰਭਉ ਹੋ ਨਿਰਵੈਰ ਹੋ। ਤੁਹਾਡੀ ਬਿਰਤੀ ਇੱਕ ਰਸ ਜੁੜੀ ਰਹਿਣ ਵਾਲੀ ਹੈ। ਜਨੰ ਸਤਨਾਮੰ ਕਿਰਪਾ ਠਾਨ ਦੇਨੰ। ਤੇ ਮਹਾਰਾਜ ਜਿਹੜਾ ਜਿਹੜਾ ਜਪਦਾ ਤੁਹਾਡਾ ਨਾਮ ਤੁਸੀਂ ਉਹਨਾਂ ਤੇ ਕਿਰਪਾ ਜ਼ਰੂਰ ਕਰਦੇ ਹੋ। ਲੋਕ ਕੋ ਤਰਾਸ ਕੀਨੰ ਸੋਹੀਨੰ। ਤੇ ਮਹਾਰਾਜ ਤੁਹਾਡਾ ਇਹ ਡਰ ਦੋਵਾਂ ਲੋਕਾਂ 'ਚ ਹੈ। ਜਿਹੜਾ ਤੁਹਾਡਾ ਨਾਮ ਜਪਦਾ ਹੈ ਨਾ ਮਹਾਰਾਜ ਉਹਦੇ ਇਸ ਲੋਕ ਵਿੱਚ ਵੀ ਭਲਾ ਹੁੰਦਾ ਹੈ ਅੱਗੇ ਵੀ ਭਲਾ ਹੁੰਦਾ ਹੈ। ਲਖੈ ਨਾਹਿ ਤੋ ਕੋ ਭ੍ਰਮੰ ਧਾਰ ਮੂੜਾ। ਤੇ ਐਸੇ ਮੂਰਖ ਬੰਦੇ ਮਹਾਰਾਜ ਜਿਹੜੇ ਤੁਹਾਡੇ ਬਾਰੇ ਨਹੀਂ ਜਾਣਦੇ। ਮਹਾ ਸੂਖਮੰ ਰੂਪ ਗੂੜਾਨ ਗੂੜਾ। ਤੁਸੀਂ ਇਤਨੇ ਗੂੜਾਨ ਗੂੜਾ ਗੰਭੀਰ ਹੋ ਡੂੰਘੇ ਹੋ ਸਹਿਜ ਹੋ ਅਚਲ ਬਿਰਤੀ ਵਾਲੇ ਹੋ ਮਹਾਰਾਜ। ਤੁਸੀਂ ਸੂਖਮ ਤੋਂ ਸੂਖਮ ਹੋ। ਸਦਾ ਜੈ ਸਦਾ ਜੈ ਸਦਾ ਜੈ ਆਨੰਦੋ। ਮਹਾਰਾਜ ਆਪ ਦੀ ਜੈ ਹੋਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਤੁਹਾਡੀ ਜੈ ਹੋਵੇ ਜੈ ਹੋਵੇ। ਤੁਸੀਂ ਆਨੰਦ ਸਰੂਪ ਹੋ। ਮਸਤੰ ਨਮਸਤੰ ਨਮਸਤੰ ਬਲੰਦੋ। ਮਹਾਰਾਜ ਅਸੀਂ ਤੁਹਾਨੂੰ ਮੱਥਾ ਟੇਕਦੇ ਹਾਂ ਮੱਥਾ ਟੇਕਦੇ ਹਾਂ ਮੱਥਾ ਟੇਕਦੇ ਆ ਮਹਾਰਾਜ ਤੁਸੀਂ ਬਹੁਤ ਵੱਡੇ ਹੋ। ਸੋਦਾ ਬਾਕ ਬਕਰਤੰ ਨ ਚੰਦੈ ਮਨਿੰਦੋ। ਤੁਹਾਡੇ ਬਚਨ ਮਹਾਰਾਜ ਚੰਦਰਮਾ ਵਾਂਗ ਜਿਹੜੇ ਅੰਮ੍ਰਿਤ ਦੀ ਕਿਰਨਾਂ ਦੇਣ ਵਾਲੇ ਹਨ। ਹਿਰਦੈ ਨਾਮ ਬਾਸੈ ਬਰੰਦੈ ਗੋਬਿੰਦੋ। ਤੇ ਮਹਾਰਾਜ ਜਿਹਦੇ ਹਿਰਦੇ ਤੁਹਾਡਾ ਨਾਮ ਵਸ ਜਾਵੇ ਨਾ ਉਹ ਨਿਹਾਲ ਨਿਹਾਲ ਹੋ ਜਾਂਦਾ ਹੈ। ਤੁਸੀਂ ਉਹਨੂੰ ਜ਼ਰੂਰ ਬਖਸ਼ਿਸ਼ ਕਰਦੇ ਹੋ। ਹੋਰਾ ਏਮ ਆਸ਼ਟਕ ਭਗਤਨ ਭਨਿਓ। ਪੜ੍ਹੈ ਜੋ ਨਿਤ ਕਰ ਪ੍ਰੇਮ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਮਹਾਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਕਿ ਇਹਨਾਂ ਭਗਤਾਂ ਨੇ 15 ਭਗਤਾਂ ਨੇ ਆ ਕੇ ਜੋ ਅਸ਼ਟਕ 8 ਛੰਦਾਂ ਵਿੱਚ ਗੁਰੂ ਸਾਹਿਬ ਜੀ ਦੀ ਪ੍ਰਮਾਤਮਾ ਦੀ ਵਡਿਆਈ ਕੀਤੀ ਹੈ। ਜਿਹੜਾ ਇਹਨੂੰ ਪੜ੍ਹੇਗਾ ਸੁਣੇਗਾ। ਸੁਤ ਬਿਤਾਦ ਮਨ ਬਾਛਤੇ ਪਾਵਹਿ ਜਨ ਜੁਤ ਖੇਮ। ਚਲੋ ਭਾਈ ਉਹਨੂੰ ਸਭ ਕੁਝ ਮਿਲ ਜਾਵੇਗਾ। ਅਸੀਂ ਸਾਰੇ ਗਰੀਬ ਬੈਠੇ ਹਾਂ ਇੱਥੇ ਸਾਨੂੰ ਸਭ ਕੁਝ ਮਿਲੇਗਾ। ਪੁੱਤਰ ਵੀ ਮਿਲੇਗਾ ਧਨ ਵੀ ਮਿਲੇਗਾ ਵਡਿਆਈ ਵੀ ਮਿਲੇਗੀ ਸਾਰੀ ਖੁਸ਼ੀਆਂ ਮਿਲਣਗੀਆਂ ਗੁਰੂ ਦੀ ਵਡਿਆਈ ਕਰਕੇ। ਖਾਲਸਾ ਜੀ ਤੇ ਇਹਨਾਂ ਭਗਤਾਂ ਨੇ ਕਿਵੇਂ ਵਡਿਆਈ ਕੀਤੀ ਕਿਵੇਂ ਮਹਾਰਾਜ ਇਹਨਾਂ ਦੀ ਬਾਣੀ ਲਿਖਵਾ ਰਹੇ ਹਨ ਗੁਰੂ ਗ੍ਰੰਥ ਸਾਹਿਬ ਵਿੱਚ। ਉਹ ਵਾਰਤਾ ਆਪ ਜੀ ਅਗਲੇ ਪ੍ਰਕਰਨਾਂ ਵਿੱਚ ਸਰਵਣ ਕਰਨਾ ਖਾਲਸਾ ਜੀਓ। ਸੁਲਤਾਨ ਉਲ ਕੌਮ ਜੱਸਾ ਸਿੰਘ ਆਲੂਵਾਲੀਆ ਇਹ ਸੰਤ ਸਿਪਾਹੀ ਹੋਏ ਜਿਨ੍ਹਾਂ ਨੇ ਖਾਲਸਾ ਜੀ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੂੰ ਇੱਥੋਂ ਰੋਕਿਆ ਸੀ ਖਾਲਸਾ ਜੀ। ਹੋਰ ਕੋਈ ਰੋਕਣ ਵਾਲਾ ਨਹੀਂ। ਲਗਭਗ 27 ਮਾਰਚ ਦੀ ਗੱਲ ਹੈ 1761 ਈਸਵੀ ਨੂੰ। 20 ਮਾਰਚ ਨੂੰ ਤੁਰਿਆ ਸੀ ਅਹਿਮਦ ਸ਼ਾਹ ਅਬਦਾਲੀ ਦਿੱਲੀ ਨੂੰ ਫਤਿਹ ਕਰਕੇ ਖਾਲਸਾ ਜੀ। ਮਰਾਠਿਆਂ ਨੂੰ ਮਾਰ ਕੇ ਸਭ ਨੂੰ ਤਬਾਹ ਕਰਕੇ ਜਾਟਾਂ ਨੂੰ ਮਾਰ ਕੇ ਰਾਜਪੂਤਾਂ ਨੂੰ ਤਬਾਹ ਕਰਕੇ 20 ਮਾਰਚ ਨੂੰ ਤੁਰਿਆ ਖਾਲਸਾ ਜੀ ਦਿੱਲੀ ਤੋਂ। 27 ਮਾਰਚ ਪਹੁੰਚਿਆ ਸੀ ਅੰਬਾਲੇ ਵਿੱਚ। 29 ਮਾਰਚ ਪਹੁੰਚਿਆ ਸਰਹੰਦ ਵਿੱਚ। ਤੇ ਇੱਧਰ ਜਦੋਂ 22,000 ਬਹੂ ਬੇਟੀਆਂ ਹਿੰਦੁਸਤਾਨ ਦੀਆਂ ਹੋਰ ਗਰੀਬ ਬੁੱਢਿਆਂ ਨੂੰ ਬੱਚਿਆਂ ਨੂੰ ਸਭ ਨੂੰ ਲੁੱਟ ਕੇ ਲੈ ਕੇ ਜਾ ਰਿਹਾ ਬੰਨ ਕੇ ਲੈ ਕੇ ਜਾ ਰਿਹਾ ਸੀ। ਬੱਚੇ ਤੜਫਦੇ ਪਏ ਬਹੂ ਬੇਟੀਆਂ ਤੜਫਦੀ ਪਈਆਂ
ਤੇ ਕਈ ਬੰਦੇ ਜਿਹੜੇ ਲਾਚਾਰ ਹੋ ਕੇ ਪਹੁੰਚ ਗਏ ਸ੍ਰੀ ਅਕਾਲ ਤਖਤ ਸਾਹਿਬ ਜੱਸਾ ਸਿੰਘ ਜੀ ਆਹਲੂਵਾਲੀਆ ਕੋਲ ਖਾਲਸਾ ਜੀ। ਕਹਿਣ ਲੱਗੇ ਸਿੰਘ ਸਾਹਿਬ ਜੀ ਬਖਸ਼ਿਸ਼ ਕਰੋ, ਹਿੰਦੁਸਤਾਨ ਦੀ ਆਬਰੂ ਜਾ ਰਹੀ ਹੈ, ਬਚਾਓ ਇਹਨੂੰ। ਤੇ ਉਸੇ ਵੇਲੇ ਜੱਸਾ ਸਿੰਘ ਨੇ ਆਖਿਆ ਖਾਲਸਾ ਜੀਓ ਸਾਰੇ ਤਿਆਰ ਬਰ ਤਿਆਰ ਹੋ ਜਾਓ। ਤੇ ਫੜ ਕੇ ਸਾਰੇ ਸ਼ਸਤਰ ਗੁਰੂ ਕੇ ਪਿਆਰੇ ਉਸੇ ਵੇਲੇ ਤੁਰੇ। ਤੇ ਖਾਲਸਾ ਜਿੱਥੇ ਗੋਇੰਦਵਾਲ ਸਾਹਿਬ ਦਾ ਪੱਤਨ ਹੈ ਨਾ ਤੇ ਉੱਥੇ ਰੁਕਿਆ ਸੀ ਇਹ ਅਹਿਮਦ ਸ਼ਾਹ ਅਬਦਾਲੀ। ਅੱਧੀ ਰਾਤ ਨੂੰ 12 ਵਜੇ ਹੱਲਾ ਕਰਕੇ ਤੇ ਇਹਨਾਂ ਦੇ ਛੱਕੇ ਛੁਡਾਏ। ਕਿੱਥੇ ਅਹਿਮਦ ਸ਼ਾਹ ਅਬਦਾਲੀ? ਆਪ ਹੀ ਦੌੜ ਗਿਆ ਖਾਲਸਾ ਜੀ। ਸਤਿ ਸ੍ਰੀ ਅਕਾਲ। ਜਿਹਦੇ ਸਾਹਮਣੇ ਕੋਈ ਨਹੀਂ ਅੜਿਆ ਤੇ ਉਹ ਦੌੜਿਆ ਜੱਸਾ ਸਿੰਘ ਆਹਲੂਵਾਲੀਆ ਤੋਂ। ਇਹ ਸੀ ਗੁਰੂ ਕੇ ਜਥੇਦਾਰ, ਇਹ ਸੀ ਸਿੰਘ ਸੂਰਮੇ, ਇਹ ਸੀ ਦਲ ਖਾਲਸਾ, ਪੰਥ ਖਾਲਸਾ, ਬੁੱਢੇ ਦਲ ਦੇ ਜਥੇਦਾਰ ਖਾਲਸਾ ਜੀ। ਤੇ ਹਿੰਦੁਸਤਾਨ ਦੀ 22,000 ਬਹੂ ਬੇਟੀਆਂ ਨੂੰ ਸਭਨਾਂ ਨੂੰ ਘਰ ਪਹੁੰਚਾ ਕੇ ਆਏ। ਜਾ ਭੈਣਾ ਤੈਨੂੰ ਘਰ ਛੱਡ ਕੇ ਆਉਨੇ ਆ। ਕਿਸੇ ਦੀ ਖਾਲਸਾ ਜੀ ਆਬਰੂ ਨਹੀਂ ਨਿਲਾਮ ਕੀਤੀ ਇਹਨਾਂ ਨੇ। ਇਹ ਉਹ ਸਨ ਸਿੰਘ ਸੂਰਮੇ, ਜੱਸਾ ਸਿੰਘ ਜੀ ਆਹਲੂਵਾਲੀਆ, ਸੁਲਤਾਨ ਉਲ ਕੌਮ। ਇਹ ਸੀ ਰੱਬ ਦੇ ਪਿਆਰੇ। ਤੇ ਨਵੰਬਰ ਦੇ ਮਹੀਨੇ 'ਚ 1761 ਈਸਵੀ ਨੂੰ ਇਹਨਾਂ ਨੇ ਲਾਲ ਇਧਰ ਲਾਹੌਰ ਤੇ ਖਾਲਸਾ ਜੀ ਜੋ ਝੰਡਾ ਚਲਾਇਆ, ਉਸ ਦਿਨ ਤੋਂ ਖਾਲਸੇ ਨੇ ਆਖਿਆ ਅੱਜ ਤੋਂ ਬਾਅਦ ਸੁਲਤਾਨ ਉਲ ਕੌਮ ਜੱਸਾ ਸਿੰਘ ਆਹਲੂਵਾਲੀਆ ਇਹ ਉਦੋਂ ਬਣੇ ਖਾਲਸਾ ਜੀ। ਇਹ ਸਨ ਸੁਲਤਾਨ ਉਲ ਕੌਮ। ਤੇ ਇਹਨਾਂ ਨੇ ਹੀ ਬਗੇਲ ਸਿੰਘ ਨਾਲ ਮਿਲ ਕੇ 1783 ਈਸਵੀ ਵਿੱਚ ਦਿੱਲੀ ਲਾਲ ਕਿਲੇ ਤੇ ਖਾਲਸੇ ਦੇ ਝੰਡੇ ਚਲਾਏ ਸਨ ਖਾਲਸਾ ਜੀ। ਇਹੀ ਸਨ ਜੱਸਾ ਸਿੰਘ ਆਹਲੂਵਾਲੀਆ ਜਿਨ੍ਹਾਂ ਦਾ ਜਨਮ ਹੋਇਆ ਹੈ 3 ਮਈ 1718 ਈਸਵੀ ਨੂੰ। ਉਹ ਇਸੇ ਸਾਲ ਖਾਲਸਾ ਜੀ ਸ਼ਤਾਬਦੀ ਮਨਾਈ ਜਾ ਰਹੀ ਹੈ। ਹੋਰ ਬੜੇ ਇਹਨਾਂ ਦੇ ਸਾਕੇ ਹਨ, ਪਰ ਸਮਾਂ ਆਸਤਾ ਆਸਤਾ ਆਪ ਜੀ ਰੋਜ਼ ਸ਼ਰਵਣ ਕਰਦੇ ਰਹਿਣਾ ਜਦੋਂ ਸਮਾਂ ਮਿਲੇਗਾ। ਤੇ ਅੱਜ ਉਹਨਾਂ ਦੇ ਸੰਬੰਧ ਵਿੱਚ ਖਾਲਸੇ ਪੰਥ ਵੱਲੋਂ ਸਾਰੀਆਂ ਸੰਪਰਦਾਵਾਂ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਮੂਹ, SGPC ਸਾਰੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਿਹੰਗ ਸਿੰਘ ਸੰਪਰਦਾਵਾਂ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਹੋਰ ਸਾਰੇ ਸਿੰਘ ਸਹਿਬਾਨ, ਸੰਤ ਸਮਾਜ ਇਕੱਠੇ ਹੋ ਕੇ ਇਹ ਸਾਰਾ ਸਮਾਗਮ ਆਪ ਕਰ ਰਹੇ ਹਨ। ਸਾਰੀਆਂ ਸੰਗਤਾਂ ਨਾਲ ਹਨ। ਅੱਜ ਨਗਰ ਕੀਰਤਨ ਸ਼ਾਇਦ ਪਟਿਆਲੇ ਵਿੱਚ ਪਹੁੰਚ ਗਿਆ ਹੋਵੇ ਤੇ ਇਸ ਕਰਕੇ ਮੋਤੀ ਬਾਗ ਸਾਹਿਬ ਸਮਾਪਤੀ ਹੈ ਖਾਲਸਾ ਜੀਓ। ਤੇ ਮੋਤੀ ਬਾਗ ਸਾਹਿਬ ਤੋਂ ਸਾਰੀ ਸੰਗਤਾਂ ਰਾਤ ਦਾ ਸਟੇ ਇੱਥੇ ਹੈ ਦੁੱਖ ਨਿਵਾਰਨ ਸਾਹਿਬ। ਤੇ ਇੱਥੋਂ ਸਵੇਰੇ ਲਗਭਗ 8-9 ਵਜੇ ਚਾਲੇ ਪਾਣੇ ਹਨ ਦਿੱਲੀ ਵੱਲ। ਤੇ ਪਹਿਲਾਂ ਬਹਾਦਰਗੜ੍ਹ ਜਾਂਦੇ ਹੋਏ ਬਹਾਦਰਗੜ੍ਹ ਤੋਂ ਰਾਜਪੁਰਾ, ਅੱਗੇ ਸ਼ੰਭੂ ਕਲਾਂ, ਫਿਰ ਅੰਬਾਲਾ। ਰਾਤ ਦਾ ਸਟੇ ਕੱਲ ਦਾ ਕੁਰਸ਼ੇਤਰ ਹੈ ਤੇ ਪਰਸੋਂ ਕੁਰਸ਼ੇਤਰ ਤੁਰ ਕੇ ਫਿਰ ਦਿੱਲੀ ਰਾਤ ਦਾ ਸਟੇ ਪਰਸੋਂ ਰਾਤ ਨੂੰ ਹੈ। ਇਸ ਕਰ ਖਾਲਸਾ ਜੀ ਆਪ ਸਮੂਹ ਸੰਗਤਾਂ ਨੇ ਜਿਨ੍ਹਾਂ ਨੇ ਜੋ ਵੀ ਸੇਵਾ ਨਿਭਾਣੀ ਹੈ ਨਾਲ ਜਾਣਾ ਨਾਲ ਜਾ ਸਕਦੇ ਹਨ। ਦਰਸ਼ਨ ਕਰੋ ਖਾਲਸੇ ਪੰਥ ਦੇ, ਸ਼ਸਤਰਾਂ ਦੇ, ਗੁਰੂ ਗ੍ਰੰਥ, ਗੁਰੂ ਪੰਥ। ਇਹ ਉਹ ਹੈ ਜੱਸਾ ਸਿੰਘ ਆਹਲੂਵਾਲੀਆ। ਗ੍ਰੰਥ ਪੰਥ ਖਾਲਸ ਵਰਤੰਤਾ। ਐਸੇ ਗੁਰੂ ਕੇ ਪਿਆਰਿਆਂ ਨੂੰ ਕੋਟ ਕੋਟ ਪ੍ਰਣਾਮ ਕਰੀਏ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ ਜਨ ਕੈ ਸੰਗ ਚਿਤ ਆਵੈ ਨਾਓ। ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਨਮਸਕਾਰ ਕਰੀਏ ਐਸੇ ਸਿੰਘ ਸਹਿਬਾਨ ਨੂੰ। ਤੇ ਸਤਿਗੁਰ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਪ੍ਰਦਾਨ ਕਰਨ ਜੀ।